मैं नाही कछ हाउ नहीं किछ आहे ना मोरा। अवसर लज्जा राख लेह सधना जन तोरा। धर्मा दे ठांडे दरबार तुझ बिन सुरत करै को मेरी। दर्शन दीजै खोल किवार। सतनाम श्री वाहिगुरु साहिब जीओ। वडहंस महला चौथा। मेरा सतगुर मेरा सतगुर प्यारा। मैं गुर बिन रहन ना जाई राम। हर नामो हर नाम देवै मेरा अंत सखाई राम। मेरा सतगुर मेरा सतगुर प्यारा। मैं गुर बिन रहन ना जाई राम। हर नामो हर नाम देवै मेरा अंत सखाई राम। हर हर नाम मेरा अंत सखाई। गुर सतगुर नाम दृढ़ाया। जिथै पुत कलत्र कोई बेली नाही। तिथै हर हर नाम छड़ाया। धन धन सतगुर पुरख निरंजन। जित मिल हर नाम ध्याई। मेरा सतगुर मेरा सतगुर प्यारा। मैं गुर बिन रहन ना जाई। धन धन सतगुर पुरख निरंजन। जित मिल हर नाम ध्याई। मेरा सतगुर मेरा सतगुर प्यारा। मैं गुर बिन रहन ना जाई। वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदियां गुरु पातशाह साहब जी दे अपने ही निज पावन स्वरूप शब्द नाल चित ला के जद आप सावधान ते इकागर चीत होए जुड़ मिल बैठे हो। पातशाह गुरदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होइओ। किरपालता करना,
ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਦੀ ਰਹਿਮਤ ਕਾਰਨ ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰਾਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ ਸ਼ਬਦ ਰੂਪ ਸਾਨੂੰ ਪ੍ਰਾਪਤ ਹੁੰਦੀ ਹੈ। ਸ਼੍ਰੀ ਮੁਖਵਾਕ ਦੇ ਵਿੱਚ ਮਹਾਰਾਜ ਅੱਜ ਥੋੜ੍ਹਾ ਜਿਹਾ ਸਾਡੇ ਜੋ ਰੂਟੀਨ ਹੈ, ਜੋ ਅਸੀਂ ਕਰਦੇ ਹਾਂ ਧਰਮ ਦੇ ਨਾਂ 'ਤੇ, ਉਹ 'ਤੇ ਥੋੜ੍ਹੀ ਜਿਹੀ ਨਾਰਾਜ਼ਗੀ ਜੀ ਪ੍ਰਗਟ ਕੀਤੀ ਹੈ। ਹਾਲਾਂਕਿ ਕਈ ਵਾਰ ਅਸੀਂ ਇੱਕ ਦੂਜੇ ਨੂੰ ਕਹਿ ਨਹੀਂ ਪਾ ਰਹੇ ਹੁੰਦੇ, ਕਿਉਂਕਿ ਸਾਨੂੰ ਖੁਦ ਬੋਧ ਨਹੀਂ ਹੁੰਦਾ ਇਸ ਗੱਲ ਦਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਕੀ ਹੈ। ਅਸੀਂ ਤਾਂ ਬਸ ਕਰਦੇ ਚਲੇ ਜਾਂਦੇ ਹਾਂ। ਪਰ ਮਹਾਰਾਜ ਕਹਿੰਦੇ ਮੰਨ ਰਹੇ ਕੌਣ ਕੁਮਤ ਤੈ ਲਈ। ਇਹ ਗੱਲ ਅਸਾਂ ਆਪਣੇ ਮਨ ਨਾਲ ਕਰਨੀ ਹੈ। ਅਸੀਂ ਕਹਿ ਕੇ ਪਰਾਂ ਹਟ ਜਾਣੇ, ਲੈ ਮਹਾਰਾਜਾ ਪ੍ਰਵਾਨ ਸਾਰਿਆਂ ਲਈ ਹੈ, ਸਾਰਿਆਂ ਲਈ ਹੈ, ਪਰ ਉਹਨਾਂ ਸਾਰਿਆਂ ਦੇ ਵਿੱਚ ਮੈਂ ਹਾਂ, ਮੇਰੇ ਲਈ ਹੈ। ਅਤੇ ਜਦੋਂ ਸਾਡੇ 'ਚੋਂ ਹਰ ਕੋਈ ਜੀ ਗੁਰ ਫਰਮਾਏ ਗੁਰਸਿੱਖ ਕਰਨਾ ਦੇ ਮੁਕਾਮ 'ਤੇ ਆਪਣੇ ਲਈ ਮੰਨੇਗਾ ਅਤੇ ਫਿਰ ਹੌਲੀ ਹੌਲੀ ਜੀਵਨ 'ਚ ਤਬਦੀਲੀ ਆਏਗੀ। ਸਾਡੇ ਬਹੁਤੇ ਜੀਆਂ ਦਾ ਜੋ ਤਬਦੀਲੀ ਨਾ ਆਉਣ ਦਾ ਮੂਲ ਕਾਰਨ ਇਹੀ ਹੈ ਕਿ ਅਸਾਂ ਕਦੇ ਗੁਰੂ ਦੇ ਕਹੇ ਹੋਏ ਬਚਨ ਨੂੰ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਨੂੰ ਜੋ ਸਮਝ ਬਾਹਰੋਂ ਆਇਆ, ਇੱਧਰੋਂ ਉੱਧਰੋਂ ਪਤਾ ਲੱਗਾ, ਅਸੀਂ ਕਰ ਦਿੱਤਾ। ਕਿਸੇ ਕਿ ਇੱਦਾਂ ਕਰ ਦਿਓ, ਅਸੀਂ ਕਰਨਾ ਸ਼ੁਰੂ ਕਰਤਾ। ਕਿਸੇ ਕਿ ਇੱਥੇ ਇੱਧਰ ਚਲੇ ਜਾਓ, ਅਸੀਂ ਇੱਦਾਂ ਕਰਨਾ ਸ਼ੁਰੂ ਕੀਤੇ। ਕੰਮ ਆਪਣੇ ਵੱਲੋਂ ਚੰਗੇ ਹੀ, ਮੰਦੇ ਨਹੀਂ ਸਨ ਉਹ, ਪਰ ਉਹਨਾਂ ਚੰਗੇ ਕੰਮਾਂ ਨੇ ਵੀ ਸਾਡੇ ਅੰਦਰ ਹਉਮੈ ਨੂੰ ਜਨਮ ਦਿੱਤਾ। ਇਸੇ ਕਰਕੇ ਜਿਤਨੇ ਸਿਆਣੇ ਨੇ ਮੰਨਦੇ ਨੇ ਕਿ ਮਨੁੱਖ ਦੇ ਅੰਦਰ ਜੋ ਹਉਮੈ ਹੈ ਨਾ, ਅਕਸਰ ਉਹ ਚੰਗੇ ਕੰਮਾਂ ਕਰਕੇ ਹੁੰਦੀ ਹੈ। ਅਤੇ ਜਦੋਂ ਹਉਮੈ ਆ ਜਾਂਦੀ ਹੈ ਅਤੇ ਫਿਰ ਵਿਕਾਰ ਆਰੰਭ ਹੁੰਦਾ ਹੈ। ਫਿਰ ਵਿਅਕਤੀ ਦਾ ਧਿਆਨ ਦੂਜੇ ਪਾਸੇ ਭਟਕਦਾ ਹੈ, ਜਿਹਨੂੰ ਅੱਜ ਕਹਿੰਦੇ ਨੇ ਪਰਦਾਰਾ ਨਿੰਦਿਆ ਰਸ ਰਚਿਓ। ਫਿਰ ਇਸ ਨਿੰਦਾ ਰਸਤਾ, ਇਸ ਮਨੋਵਿਗਿਆਨਕ ਵਿਕਾਰ ਦਾ ਪ੍ਰਭਾਵ ਪੈਂਦਾ ਹੈ। ਅਤੇ ਇਹ ਮਨੋਵਿਗਿਆਨਕ ਜੋ ਪ੍ਰਭਾਵ ਹੈ ਵਿਕਾਰ ਦਾ, ਜੋ ਸਾਡੀ ਬਣਤਰ ਦੇ ਨਾਲ ਸਾਂਝਾ ਹੈ, ਫਿਰ ਸਾਨੂੰ ਐਸੇ ਨਿੰਦਾ ਰਸ ਵਿੱਚ ਪਾ ਦਿੰਦਾ ਹੈ ਕਿ ਜਿਹਦੇ ਵਿੱਚੋਂ ਨਿਕਲਣਾ ਕਠਿਨ ਹੋ ਜਾਂਦਾ ਹੈ। ਇਸ ਕਰਕੇ ਗੁਰਦੇਵ ਜੀ ਇਹਨਾਂ ਬਚਨਾਂ ਨੂੰ ਕਿਤੇ ਆਪਣੇ ਵਾਸਤੇ ਆਤਮਸਾਤ ਕਰੀਏ, ਆਪਣੇ ਵਿਸ਼ਲੇਸ਼ਣ ਕਰੀਏ ਕਿ ਮੇਰੇ ਅੰਦਰ ਕਿਹੜੀ ਐਸੀ ਵੱਡੀ ਕਮੀ ਹੈ, ਗੁਰਦੇਵ ਕਿਰਪਾ ਕਰੋ ਮਿਟ ਜਾਏ। ਕਿਉਂਕਿ ਆਤਮ ਪੜਚੋਲ ਦਾ ਸਮਾਂ ਬਣ ਜਾਂਦਾ ਹੈ। ਅਤੇ ਇੱਥੇ ਬਹਿ ਕੇ ਅਸੀਂ 2-3 ਕੰਮ ਇਕੱਠੇ ਕਰਦੇ ਹਾਂ ਨਾ, ਆਤਮ ਪੜਚੋਲ ਵੀ ਕਰਨੀ ਹੁੰਦੀ ਕਿ ਮੇਰੇ 'ਚ ਕਿਹੜੀਆਂ ਕਮੀਆਂ ਨੇ। ਅਤੇ ਹਰ ਜੀਅ ਨੂੰ ਜਦੋਂ ਆਪਣੇ ਗਿਰਬਾਨ 'ਚ ਝਾਕੇਗਾ ਅਤੇ ਕੁਛ ਨਜ਼ਰ ਆਏਗਾ। ਇਸ ਕਰਕੇ ਇੱਥੇ ਬੈਠ ਕੇ ਆਪਣੇ ਗਿਰਬਾਨ 'ਚ ਝਾਕੀਏ। ਜਦੋਂ ਕੁਛ ਚੰਗਾ ਨਜ਼ਰ ਆਏ ਤਾਂ ਸ਼ੁਕਰਾਨਾ ਕਰੀਏ। ਕੁਛ ਉਹ ਨਜ਼ਰ ਆਏ ਜਿਹਨੂੰ ਗੁਰੂ ਦੀ ਦ੍ਰਿਸ਼ਟੀ ਵਿੱਚ ਚੰਗਾ ਨਹੀਂ ਕਿਹਾ ਜਾਂਦਾ, ਅਤੇ ਫਿਰ ਮਹਾਰਾਜ ਅੱਗੇ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ ਇਹ ਮੇਰਾ ਅਵਗੁਣ ਮਿਟ ਜਾਏ। ਅਤੇ ਜੋ ਪ੍ਰਾਪਤੀਆਂ ਨੂੰ ਤਾਂ ਸ਼ੁਕਰਾਨਾ ਕਰਦੇ ਚੱਲੀਏ। ਅਤੇ ਫਿਰ ਇਹ 2 ਅਰਦਾਸ ਤੋਂ ਬਚਨ ਕਹਿ ਕੇ ਮਹਾਰਾਜ ਦੇ ਨਾਲ ਫਿਰ ਨਿਸ਼ਚਿੰਤ ਹੋ ਕੇ ਨਿਊਟਰਲ ਹੋ ਕੇ ਬਹਿ ਜਾਈਏ। ਫਿਰ ਸੁਣਨਾ ਅਤੇ ਜਪਣਾ ਆਰੰਭ ਕਰ ਦਈਏ। ਫਿਰ ਉਹਨਾਂ ਬਲ ਮਿਲਦਾ ਹੈ।
ਜਿਵੇਂ ਅਸੀਂ ਭੋਜਨ ਦੀ ਥਾਲੀ 'ਚੋਂ ਜੋ ਖਾਣਾ ਹੁੰਦਾ ਉਹ ਸੰਭਾਲ ਲੈਂਦੇ ਆ, ਅਤੇ ਜੋ ਨਹੀਂ ਖਾਣਾ ਹੁੰਦਾ ਉਹ ਕਹਿੰਦੇ ਭਾਈ ਇਹ ਮੈਂ ਨਹੀਂ ਖਾ ਸਕਦਾ, ਕੱਢ ਲਓ। ਆਪਾਂ ਇੱਦਾਂ ਹੀ ਕਰਦੇ ਨਾ, ਜਦੋਂ ਕਿਸੇ ਘਰ ਪਰਿਵਾਰ ਜਾਂਦੇ ਅਤੇ ਅਗਲਾ ਤਾਂ ਥਾਲੀ ਸਜਾ ਕੇ, ਹੁਣ ਤਾਂ ਚਲ ਠੀਕ ਹੈ ਟੇਬਲ ਸਜਾ ਦਿੰਦੇ ਨੇ ਅਗਲੇ, ਪਰ ਕੋਈ ਵਕਤ ਉਹ ਵੀ ਹੈ ਨਾ ਜਦੋਂ ਥਾਲ ਵਿੱਚ ਸਾਰੇ ਕੌਲੀਆਂ 'ਚ ਸਾਮਾਨ ਪਾ ਕੇ ਰੱਖ ਦਿੱਤਾ ਜਾਂਦਾ ਹੈ। ਹੁਣ ਖਾਣ ਵਾਲੇ ਦੀ ਮਰਜ਼ੀ ਹੈ ਵੀ ਉਹਨੇ ਕੀ ਖਾਣਾ ਅਤੇ ਕੀ ਨਹੀਂ ਖਾਣਾ। ਅਤੇ ਸਿਆਣੇ ਮਨੁੱਖ ਜਿਹੜੇ ਥੋੜ੍ਹੇ ਜਿਹੇ ਆਪਣੇ ਖੁਰਾਕ ਪ੍ਰਤੀ ਸੁਚੇਤ ਹੁੰਦੇ, ਕਹਿੰਦੇ ਨੇ ਭਾਈ ਆਹ ਸਾਮਾਨ ਕੱਢ ਦਿਓ, ਮੈਨੂੰ ਸ਼ੂਟੇਬਲ ਨਹੀਂ ਹੈ। ਜਦੋਂ ਅਗਲਾ ਸਿਹਤ ਦਾ ਹਵਾਲਾ ਦਿੰਦਾ ਅਤੇ ਹਰ ਜੀ ਅਗਲਾ ਕਹਿੰਦਾ ਕੋਈ ਗੱਲ ਨਹੀਂ ਭਾਈ ਨਾ ਖਾਓ, ਅਸੀਂ ਤਾਂ ਬਣਾਇਆ, ਸਾਡਾ ਤਾਂ ਧਰਮ ਬਣਾਉਣਾ। ਇਸੇ ਤਰ੍ਹਾਂ ਕੁਦਰਤ ਦਾ ਇੱਕ ਧਰਮ ਹੈ, ਉੱਥੇ ਹਰ ਚੰਗੀ ਅਤੇ ਮੰਦੀ ਸ਼ੈ ਰਹੇਗੀ। ਇਹ ਕੁਦਰਤੀ ਬਣਤਰ ਵਾਸਤੇ ਜ਼ਰੂਰੀ ਹੈ, ਸਭ ਕੁਝ ਰਹੇਗਾ, ਪਰ ਅਸਾਂ ਉਹਦੇ 'ਚੋਂ ਕੀ ਵਰਤਣਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ। ਕਿਹੜੀ ਚੀਜ਼ ਕਿਤਨੇ ਕੁ ਸਾਨੂੰ ਸ਼ੂਟੇਬਲ ਹੈ ਅਸੀਂ ਕਰਦੇ ਰਹੀਏ। ਇਸੇ ਕਰਕੇ ਔਰ ਇਹ ਜੋ ਬੋਧ ਹੈ, ਜੋ ਸਿਆਣਪ ਹੈ, ਜੋ ਜਾਣਕਾਰੀ ਸਮਝ ਆਉਣੀ ਹੈ, ਇਹ ਸਤਿਗੁਰੂ ਤੋਂ ਆਉਣੀ। ਇਸੇ ਕਰਕੇ ਅੱਜ ਦੇ ਬਚਨ ਸਾਨੂੰ ਰੋਕ ਦਿੱਤਾ ਗਿਆ, ਸਤਿਗੁਰ ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ। ਇਹ ਸਮਝ ਕਿ ਆਪਣੇ ਆਪ ਦੇ ਅੰਦਰਲੇ ਵਿਕਾਰਾਂ ਨੂੰ ਕਿਵੇਂ ਮਿਟਾਉਣਾ ਹੈ। ਜੇ ਕੋਈ ਕਰਤਾ ਪੁਰਖ ਨੇ ਗੁਣ ਦਿੱਤਾ ਹੈ ਤਾਂ ਉਸ ਗੁਣ ਨੂੰ ਕਿਵੇਂ ਵਧਾਉਣਾ ਹੈ, ਅਤੇ ਚਿਤ ਰੱਖਣਾ ਵਿਕਾਰ ਮਿਟਾਉਣ ਲਈ ਅਤੇ ਗੁਣਾਂ ਨੂੰ ਵਧਾਉਣ ਲਈ ਇੱਕੋ ਹੀ ਬਲ ਕੰਮ ਕਰੇਗਾ। ਉਹ ਬਲ ਹੈ ਨਾਮ ਦਾ, ਅਤੇ ਨਾਮ ਜਪਣਾ ਪੈਣਾ। ਨਾਮ ਜਪਣੇ ਜਾਂਦੇ। ਜਪ ਦੀ ਵਿਆਖਿਆ ਬਹੁਤ ਵਿਸ਼ਾਲ ਹੈ। ਜਪ ਦੇ ਵਿੱਚ ਕਦੇ ਕਦੇ ਐਸਾ ਵੀ ਹੋ ਸਕਦਾ ਹੈ ਕਿ ਸਾਨੂੰ ਲੱਗੇ ਕਿ ਤੇ ਦੇਖੋ ਜੀ ਚੁੱਪ ਕਰਕੇ ਬੈਠਾ ਹੋਇਆ, ਚੁੱਪ ਕਰਕੇ ਬੈਠਾ ਹੋਇਆ ਵਿਅਕਤੀ ਵੀ ਜਪ ਕਰਦਾ ਹੈ। ਗੁਰਮੁਖ ਮੰਡਲ ਜਿਹੜਾ ਹੈ ਨਾ, ਜਾਂ ਸਾਡੇ ਤੋਂ ਬਹੁਤ ਉੱਚਾ ਹੈ, ਜਿਸ ਨੂੰ ਅਸੀਂ ਕਹਿੰਦੇ ਚੌਥਾ ਪਦ, ਨੂੰ ਸਹਿਜ ਪਦ, ਤੁਰੀਆ ਪਦ ਵੀ ਕਿਹਾ ਜਾਂਦਾ ਹੈ, ਉੱਥੇ ਬੋਲ ਕੇ ਜਪਣਾ ਨਹੀਂ ਪੈਂਦਾ। ਉੱਥੇ ਤਾਂ ਬਸ ਧਿਆਨ ਇੱਕ ਵਾਰ ਧਰਿਆ ਅਤੇ ਹੋ ਗਿਆ। ਬਸ ਉਹਨੇ ਇੱਕ ਵਾਰ ਧਿਆਨ ਧਰਿਆ, ਕਿਸ ਦਾ? ਜਿਹਨੂੰ ਜਪਣਾ ਚਾਹੁੰਦਾ ਹੈ। ਇੱਕ ਵਾਰ ਉਹ ਧਿਆਨ ਧਰਦਾ ਹੈ ਅਤੇ ਜਪ ਉਹਦਾ ਚੱਲਦਾ ਹੈ। ਜਾਂ ਇੰਝ ਕਹਿ ਲਈਏ ਉਹਨਾਂ ਦਾ ਜਪ ਕਦੇ ਬੰਦ ਹੁੰਦਾ ਹੀ ਨਹੀਂ, ਅਤੇ ਨਿਰੰਤਰ ਉਹ ਜਪ ਦੀ ਕਿਰਿਆ। ਅਤੇ ਜਪ ਦੇ ਵਿੱਚ ਬਹੁਤ ਕੁਝ ਹੈ, ਸਾਡਾ ਸੁਣਨਾ, ਸਾਡਾ ਪੜ੍ਹਨਾ, ਜਿਹਨੂੰ ਅਸੀਂ ਪਾਠ ਕਰਨਾ ਕਹਿੰਦੇ ਹਾਂ, ਸਮਝਣਾ ਅਤੇ ਪਲ ਪਲ ਇਹ ਧਿਆਨ ਰੱਖਣਾ, ਇਹ ਸਭ ਜਪ ਹੈ। ਇਸ ਕਰਕੇ ਅਸੀਂ ਇਹ ਦਾਤ ਬਖਸ਼ਿਸ਼ਾਂ ਸਾਨੂੰ ਮਿਲੀਆਂ ਨੇ ਗੁਰੂ ਪਾਸੋਂ। ਅੱਜ ਦੇ ਮਹਾਰਾਜ ਇਸ ਪਾਵਨ ਬਚਨ ਵਿੱਚ ਸਾਨੂੰ ਆਪਣੇ ਗੁਰੂ ਦੀ ਗੱਲ ਹੀ ਕਹਿਣ ਲਈ ਕਹਿੰਦੇ ਨੇ ਕਿ ਆਓ ਅਸੀਂ ਕਿਤੇ ਅਰਦਾਸ ਕਰ ਸਕੀਏ, ਆਪਣੇ ਸੱਜਣਾ ਮਿੱਤਰਾਂ 'ਚ ਬੈਠੇ ਹੋਈਏ ਅਤੇ ਸੇ ਇੱਕ ਗੱਲ ਦਾਅਵੇ ਨਾ ਕਹਿ ਦਈਏ ਕਿ ਭਾਈ ਮੇਰਾ ਅਤੇ ਮੇਰੇ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ। ਭਾਈ ਮੇਰਾ ਅਤੇ ਮੇਰਾ ਸਤਿਗੁਰੂ ਹੀ ਹੈ। ਜੀਵਨ ਦੇ ਵਿੱਚ ਗੱਲ ਸਮਝ ਆ ਗਈ ਹੈ, ਸਤਿਗੁਰੂ ਤੋਂ ਬਿਨਾਂ ਹੋਰ ਕੋਈ ਬੇਲੀ ਨਹੀਂ ਜੇ। ਇੱਕ ਬਚਨ ਅਸੀਂ ਪਾਠ ਕਰਦਿਆਂ ਪੜ੍ਹਿਆ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਬਿਰਲਾ ਕੁਐਸਚਨ ਮਾਰਕ ਗੱਲ ਹੈ, ਕੋਈ ਪਤਾ ਨਹੀਂ ਸਾਡੇ 'ਚੋਂ ਕਿਹੜਾ ਕੋਈ ਹੈ। ਕੀ ਕੋਈ ਜਾਣਦਾ? ਸੀ ਕਦੇ ਕਦੇ ਪੁੱਛਦੇ ਹੁੰਦੇ ਆ, ਕੀ ਕੋਈ ਜਾਣਦਾ ਹੈ? ਅਤੇ ਕਿਹੜਾ ਹੈ ਜਿਹੜਾ ਜਾਣਦਾ ਹੈ? ਕੀ ਜਾਣਦਾ ਹੈ? ਕੀ ਸਮਝਣਾ ਹੈ? ਕਵਨ ਇਹਾਂ ਜਗ ਮੀਤ, ਇਸ ਜੱਗ ਵਿੱਚ ਮੇਰਾ ਮਿੱਤਰ ਕੌਣ ਹੈ? ਅਤੇ ਸਾਡੇ ਵਰਗੇ ਸਧਾਰਨ ਜੀ ਕਹਿਣਗੇ ਦੇਖੋ ਜੀ ਮੇਰੇ ਤਾਂ ਮਿੱਤਰ ਹੀ ਬੜੇ ਨੇ। ਅੱਜ ਕੱਲ੍ਹ ਤਾਂ ਅਸੀਂ ਹਜ਼ਾਰਾਂ ਦੀ ਲਿਸਟ ਬਣਾਏ ਫਿਰਦੇ ਹਾਂ। ਆ ਵੇਖਿਆ ਉਹਨਾਂ ਨੇ ਸਾਰੇ ਫੇਸਬੁੱਕ 'ਤੇ ਚੱਲਦੇ ਹੋ ਅਤੇ ਹਜ਼ਾਰਾਂ ਦੀ ਲਿਸਟ ਬਣਾ ਕੇ ਬੈਠੇ ਆ। ਕੀ ਇਹ ਹਜ਼ਾਰਾਂ ਮਿੱਤਰ ਸਾਡੇ ਨੇ? ਨਹੀਂ, ਇਹ ਸਿਰਫ ਕਹਿਣ ਕਹਾਉਣ ਲਈ ਨਾਮ ਨੇ। ਫਿਰ ਕਹਾਂਗੇ ਦੇਖੋ ਜੀ ਫਲਾਣਾ ਮੇਰਾ ਬਾਲ ਸਿਖਾਈ, ਅਸੀਂ ਇਕੱਠੇ ਪੜ੍ਹੇ ਹਾਂ, ਇਕੱਠੇ ਗਲੀਆਂ 'ਚ ਖੇਡੇ ਹਾਂ। ਠੀਕ ਹੈ, ਭਲਾ ਹੈ, ਭੈਣ ਭਰਾ, ਧੀਆਂ ਪੁੱਤਰ, ਪਤੀ ਪਤਨੀ, ਮਾਤਾ ਪਿਤਾ, ਕੁਝ ਸੰਬੰਧ ਨੇ। ਕਹਿੰਦੇ ਸੀ ਦੇਖੋ ਜੀ ਇਹਦੇ ਨਾਲ ਬੜਾ ਬਣਦੀ ਹੈ। ਅਸੀਂ ਕਦੇ ਕਦੇ ਵੇਖਿਆ ਹੋਣਾ।
ਤਿੰਨ ਚਾਰ ਭੈਣ ਭਰਾ ਹੁਣ ਉਹਨਾਂ ਦੇ ਵਿੱਚੋਂ ਦੋ ਦੀ ਬਹੁਤ ਬਣਦੀ ਹੈ, ਦੋ ਦੂਜਿਆਂ ਦੀ ਬਣਦੀ ਸੀ। ਕਹਿੰਦੇ ਦੇਖੋ ਜੀ ਮੇਰੀ ਉਹਦੇ ਨਾਲ ਬਹੁਤ ਬਣਦੀ, ਚੰਗਾ ਹੈ। ਪਰ ਮਹਾਰਾਜ ਹੋਰ ਉੱਚਾ ਉਠਾਈ ਜਾਂਦੇ ਨੇ, ਦੱਸ ਹੀ ਦੱਸ, ਜਦੋਂ ਕਿਤੇ ਘਰ ਪਰਿਵਾਰ 'ਚ ਦੁੱਖ ਪੈਂਦਾ ਹੈ ਕਿ ਕੌਣ ਮਦਦ ਕਰਦਾ ਹੈ? ਫਿਰ ਅਸੀਂ ਇੱਕ ਦੋ ਨਾਮ ਗਿਣ ਲੱਗਦੇ, ਦੁੱਖ ਜੀ ਇਹ ਬੰਦਾ ਹੈ ਜੋ ਹਰ ਵੇਲੇ ਮੇਰੀ ਮਦਦ ਕਰਦਾ ਹੈ, ਦੁੱਖ ਦਾ ਦੁੱਖ ਸੁੱਖ ਦਾ ਸਾਡਾ ਭਾਈਵਾਲ ਹੈ। ਫਿਰ ਅਲਟੀਮੇਟ ਅਸੀਂ ਜਾ ਕੇ ਮਾਪਿਆਂ 'ਤੇ ਆ ਜਾਣੇ, ਮਾਤਾ ਪਿਤਾ, ਧੀਆਂ ਪੁੱਤਰ ਹੋਣਗੇ, ਪਤੀ ਪਤਨੀ ਹੋਵਾਂਗੇ। ਇਹ ਫਿਰ ਤਿੰਨ ਰਿਸ਼ਤੇ ਅਖੀਰ ਤੱਕ ਅਸੀਂ ਕਹਿੰਦੇ ਦੇਖੋ ਜੀ ਦੁੱਖ ਸੁੱਖ ਦੇ ਵੇਲੇ ਜਾਂ ਤਾਂ ਮਾਤਾ ਪਿਤਾ ਕੰਮ ਆਉਂਦੇ ਨੇ, ਧੀਆਂ ਪੁੱਤਰ ਕੰਮ ਆਉਂਦੇ ਨੇ, ਪਤੀ ਪਤਨੀ ਕੰਮ ਆਉਂਦੇ ਨੇ, ਭੈਣ ਭਰਾ ਵੀ ਕਦੇ ਆਉਂਦੇ ਅਤੇ ਕਦੇ ਕੰਮ ਨਹੀਂ ਆਉਂਦੇ। ਪਰ ਮਹਾਰਾਜ ਹੋਰ ਉੱਚਾ ਲੈ ਜਾਂਦੇ, ਅੱਛਾ ਜਦੋਂ ਜਮ ਆਏਗਾ ਤਾਂ ਕਿਹੜਾ ਕੰਮ ਆਏਗਾ? ਜਰਾ ਹੁਣ ਠਹਿਰ ਕੇ ਦੇਖੀਏ ਵੀ ਚੰਗੇ ਨੇ, ਸੰਤਾਨ ਚੰਗੀ ਹੈ ਅਤੇ ਮਾਪੇ ਵੀ ਚੰਗੇ ਨੇ। ਇਹ ਦੋ ਪਾਸੇ ਸਾਡੇ ਬਹੁਤ ਚੰਗੇ, ਪਤੀ ਪਤਨੀ ਦੇ ਸਾਡੇ ਰਿਸ਼ਤੇ ਵੀ ਬੜੇ ਚੰਗੇ, ਭੈਣ ਭਰਾਵਾਂ ਦੇ ਨਾਲ ਵੀ ਨਿਭ ਰਹੀ ਚੰਗੀ ਹੈ। ਪਰ ਜਦੋਂ ਜਮ ਆ ਕੇ ਗਲ ਸੰਗਲ ਪਾਏਗਾ, ਜਮ ਕਹੇਗਾ ਚਲੋ ਸ਼ੈਤਾਬ, ਉਦੋਂ ਇਹਨਾਂ 'ਚੋਂ ਕਿਹੜਾ ਹੋਏਗਾ ਜੋ ਕਹੇਗਾ ਨਾ ਭਾਈ ਇਹਨੂੰ ਨਾ ਲੈ ਕੇ ਜਾਓ? ਕੋਈ ਹੈ ਮਿੱਤਰ ਸਾਡਾ ਜਿਹੜਾ ਉਸ ਵਕਤ ਬਾਂਹ ਉਲਾਰ ਕੇ ਆਖੇ ਨਾ ਭਾਈ ਇਹਨੂੰ ਛੱਡ ਦਿਓ, ਇਹਦੇ ਬਦਲੇ ਮੈਂ ਚੱਲਦਾ? ਨਹੀਂ ਤਾਂ ਕਹਿੰਦੇ ਨਾ 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 ਤੂੰ ਨਾ ਜਾ, ਤੇਰੇ ਥਾਂ 'ਤੇ ਮੈਂ ਗੇੜਾ ਮਾਰ ਆਉਣਾ, ਤੂੰ ਨਾ ਜਾ ਮੈਂ ਕਰ ਆਉਂਦੇ ਹਾਂ, ਅਸੀਂ ਕਰ ਆਵਾਂਗੇ। ਬਹੁਤ ਨੇ ਇਹ, ਤੁਸੀਂ ਕੰਮ ਨਾ ਕਰੋ ਅਸੀਂ ਕੰਮ ਕਰ ਦਿਆਂਗੇ, ਅਸੀਂ ਜਾ ਆਉਂਦੇ ਹਾਂ। ਪਰ ਕਦੇ ਦੇਖਣਾ ਕੋਈ ਐਸਾ ਮਿੱਤਰ ਹੈ ਜੋ ਕਹੇ ਕਿ ਧਰਮਰਾਜ ਜਮਰਾਜ ਨੇ ਬੁਲਾਇਆ ਅਤੇ ਕਹੇਗਾ ਨਹੀਂ ਤੂੰ ਨਾ ਜਾ ਮੈਂ ਜਾਣਾ? ਅਤੇ ਪਤਾ ਲੱਗਦਾ ਕੋਈ ਨਹੀਂ। ਜੇ ਆਪਨੇ ਇੱਕ ਇਤਿਹਾਸ ਦੀ ਸਾਖੀ ਪੜ੍ਹੀ ਹੋਵੇਗੀ, ਸਾਡੇ ਘਰ ਬਿਲਕੁਲ ਇਹੋ ਜਿਹੀਆਂ ਘਟਨਾਵਾਂ ਵਰਤੀਆਂ ਨੇ। 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਕਰਤਾਰਪੁਰ ਸਾਹਿਬ ਬੈਠੇ ਨੇ। ਆ ਜੋ ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਹੈ, ਪੰਚਮ ਪਾਤਸ਼ਾਹ ਸਾਹਿਬ ਜੀ ਦਾ ਆਬਾਦ ਕੀਤਾ ਹੋਇਆ, ਜਿੱਥੇ ਧੀਰਮਲ ਦਾ ਮੁਕਾਮ ਰਿਹਾ। 7ਵੇਂ ਪਾਤਸ਼ਾਹ ਸਾਹਿਬ ਜੀ ਇੱਥੇ ਆਏ। ਧੀਰਮਲ ਈਰਖਾ ਵੀ ਕਰਦਾ ਸੀ ਅਤੇ ਕੁਝ ਸਮੇਂ ਲਈ ਬਾਹਰੋਂ ਉਹਨੇ ਬਣਤਰ ਵੀ ਬਣਾ ਲਈ ਸੀ। ਆਏ ਬੈਠੇ ਨੇ, ਧੀਰਮਲ ਨੇ ਚੁੱਕਣਾ ਚੱਕਣਾ ਦੇਖ ਕੇ ਲੋਕਾਂ ਨੂੰ ਮਹਾਰਾਜ ਦੇ ਖਿਲਾਫ ਬੋਲਣ ਵਾਸਤੇ ਵੀ ਕੁਛ ਨਾ ਕੁਛ ਕਿਹਾ ਹੋਏਗਾ, ਜ਼ਰੂਰ ਕਹਿੰਦਾ ਸੀ ਉਹ। ਦੇਵ ਨੇ ਤੇ ਇੱਕ ਸ਼ਬਦ ਹੈ ਪੁਰਾਣਾ ਜਿਹਨੂੰ ਇਤਫਾਕ ਉਰਦੂ ਦੇ ਨੇ ਕੁਦਰਤੀ। ਕਰਤਾਰਪੁਰ ਸਾਹਿਬ ਦੇ ਵਿੱਚੋਂ ਕਿਸੇ ਬ੍ਰਾਹਮਣ ਪਰਿਵਾਰ 'ਚੋਂ ਕੋਈ ਬੱਚਾ ਚਲਾਣਾ ਕਰ ਗਿਆ। ਬੱਚਾ ਚਲਾਣਾ ਕਰ ਗਿਆ ਅਤੇ ਸੁਭਾਵਿਕ ਹੀ ਦੁੱਖ ਸੰਤਾਪ ਵਰਤਣਾ ਸੀ। ਦੁੱਖ ਵਰਤਿਆ, ਮਾਂ ਪਿਓ ਰੋਣ ਪਿੱਟਣ ਲੱਗ ਪਏ। ਕਿਸੇ ਨੇ ਜਾ ਕੇ ਜਿਹਨੂੰ ਪੰਜਾਬੀ 'ਚ ਕਹਿੰਦੇ ਉਂਗਲ ਲਾ ਦਿੱਤੀ, ਚੁੱਕਣਾ ਦੇ ਦਿੱਤੀ, ਪਿਛਲੇ ਤੁਹਾਨੂੰ ਰੋਣ ਦੀ ਕਿਹੜੀ ਗੱਲ ਪਈ? ਗੁਰੂ ਇੱਥੇ ਆਏ ਨੇ ਨਾ, ਗੁਰੂ ਕੋਲ ਲੈ ਚਲੋ। ਚੁੱਕਣਾ ਵਾਲਿਆਂ ਹੋਰ ਚੁੱਕ ਦਿੱਤਾ। ਕਹਿੰਦੇ ਨੇ ਚੁੱਕਣਾ ਵਾਲਿਆਂ ਦੀ ਚਾਲ ਸੀ ਵੀ ਮਰਿਆ ਤੇ ਕਦੇ ਜੀਵਤ ਹੁੰਦਾ ਕੋਈ ਨਾ, ਅਤੇ ਕਹਾਂਗੇ ਲੈ ਗੁਰੂ ਬਣੇ ਹੋਏ ਨੇ ਕੁਛ ਕਰ ਹੀ ਨਹੀਂ ਸਕਦੇ, ਜੇ ਮਰਿਆ ਹੋਇਆ ਜੀਵਤ ਹੋਣਾ ਨਹੀਂ, ਇਸ ਕਰਕੇ ਸਾਨੂੰ ਮੌਕਾ ਮਿਲੇਗਾ ਗੁਰੂ ਹਰਿਰਾਏ ਦੀ ਬਦਨਾਮੀ ਕਰਨ ਦਾ। ਉਹਨਾਂ ਨੇ 5-7 ਬੰਦੇ ਨਾਲ ਲੱਗੇ, ਉਹ ਮ੍ਰਿਤਕ ਬੱਚੇ ਦੀ ਲੋਥ ਉਠਾ ਕੇ ਗੁਰੂ ਦਰਬਾਰ 'ਚ ਲੈ ਆਏ। ਲੱਗੇ ਰੋਣ ਪਿੱਟਣ, ਹਾਲ ਦੁਹਾਈ ਹਾਲ ਪਾ ਰਿਹਾ। ਰੌਲਾ ਰੱਪਾ ਪੈਂਦਾ ਵੇਖ ਕੇ ਮਹਾਰਾਜ ਨੇ ਕਿਹਾ ਭਈ ਮੋਹਰੇ ਹੋਰ ਅੱਗੇ ਆ ਜਾਓ, ਪਤਾ ਲੱਗੇ ਕੀ ਕਹਿੰਦੇ ਹੋ। ਮਹਾਰਾਜ ਦੇ ਹਜ਼ੂਰ ਜਾ ਕੇ ਲੋਥ ਰੱਖ ਕੇ ਮਾਂ ਬਾਪ ਹੋਰ ਸੰਗੀ ਸਾਥੀ ਪਿੱਟਣ ਲੱਗ ਪਏ। ਮਹਾਰਾਜ ਨੇ ਕਿਹਾ ਵੀ ਪਿੱਟੋ ਨਹੀਂ, ਗੱਲ ਕਰੋ, ਕੀ ਕਰਨ ਆਏ ਹੋ? ਕਹਿਣ ਲੱਗੇ ਮਹਾਰਾਜ ਕਹਿਣਾ ਕੀ, ਸਾਡਾ ਪੁੱਤਰ ਚਲਾਣਾ ਕਰਕੇ, ਤੁਸੀਂ ਸਮਰੱਥ ਗੁਰੂ ਹੋ, ਸਾਡਾ ਪੁੱਤਰ ਜੀਵਿਤ ਕਰ ਦਿਓ। ਮਹਾਰਾਜ ਨੇ ਤੇ ਹੋਰ ਉੱਥੇ ਦੇ ਬਜ਼ੁਰਗ ਸਿੱਖ ਸੰਸਾਰਾਂ ਸਮਝਾਇਆ ਭਈ ਇਹ ਹੁਕਮ ਹੁੰਦਾ ਹੈ, ਕਰਤੇ ਦਾ ਹੁਕਮ ਹੈ, ਜਨਮ ਮਰਨ ਸਾਡੇ ਕਿਸੇ ਮਨੁੱਖ ਦੇ ਵੱਸ ਨਹੀਂ, ਇਹ ਸੁਭਾਵਿਕ ਹੈ, ਹੋਣਾ ਹੈ। ਇਹ ਕਿਤੇ ਹੈ ਨਹੀਂ ਕਿ ਤੁਹਾਡਾ ਹੀ ਪੁੱਤਰ ਚਲਾਣਾ ਕੀਤਾ। ਦੁਨੀਆ 'ਚ ਬਹੁਤ ਮਾਪੇ ਨੇ ਜਿਨ੍ਹਾਂ ਦੇ ਪੁੱਤਰ ਚਲਾਣੇ ਕਰਦੇ ਨੇ, ਸਦੀਆਂ ਤੋਂ ਹੁੰਦਾ ਆਇਆ, ਪਰ ਕਿੱਥੇ ਮੰਨਣ, ਕਿਉਂਕਿ ਉਹਨੂੰ ਤੇ ਇੱਕ ਤਾਂ ਚੁੱਕਣਾ ਮਿਲੀ ਸੀ। ਵੈਸੇ ਦੁੱਖ ਦੇ ਵਿੱਚ ਗਿਆਨ ਕੰਮ ਨਹੀਂ ਆਉਂਦਾ, ਅਤੇ ਕਿਤੇ ਚੁੱਕਣਾ ਦੀ ਹਵਾ ਲੱਗੀ ਹੋਵੇ ਫਿਰ ਤੇ ਹੋਰ ਨਹੀਂ ਕੰਮ। ਤੁਸੀਂ ਕਾਹਦੇ ਗੁਰੂ ਹੋ? ਤੁਸੀਂ ਗੁਰੂ ਬਣ ਕੇ ਬੈਠੇ ਹੋ, ਗੁਰੂ ਨਾਨਕ ਦੀ ਗੱਦੀ। ਹੁਣ ਉਹ ਵੱਧਦੇ ਵੱਧਦੇ ਗੁਰੂ ਨਾਨਕ ਸਾਹਿਬ ਤੱਕ ਦਾ ਨਾਂ ਵਰਤਣ ਲੱਗ ਪਏ। ਇੱਦਾਂ ਹੋ ਗਿਆ, ਇੱਦਾਂ ਹੁੰਦਾ। ਮਹਾਰਾਜ ਕਹਿਣ ਲੱਗੇ ਚੁੱਪ ਕਰੋ, ਪੁੱਤਰ ਜੀਵਿਤ ਹੋ ਜਾਏਗਾ। ਜਦ ਮਹਾਰਾਜ ਨੇ ਇਹ ਬਚਨ ਕੀਤਾ ਨਾ ਕਿ ਪੁੱਤਰ ਜੀਵਿਤ ਹੋ ਜਾਏਗਾ, ਅਤੇ ਸੰਨਾਟਾ ਜਾ ਕਰ ਗਿਆ। ਕਹਿਣ ਲੱਗੇ ਕੰਮ ਕਰਨਾ ਪਏਗਾ,
ਸਾਰੇ ਕਹਿਣ ਲੱਗੇ ਹਾਂ ਦੱਸੋ ਦੱਸੋ ਕੀ ਕਰਨਾ ਪਏਗਾ। ਮਹਾਰਾਜ ਕਹਿਣ ਲੱਗੇ ਕੁਦਰਤ ਦਾ ਅਟਲ ਨਿਯਮ ਹੈ, ਜੀ ਦੇ ਬਦਲੇ ਜੀ ਦੇਣਾ ਪੈਂਦਾ ਹੈ। ਔਰ ਇਹ ਰੂਹਾਨੀਅਤ ਦੇ ਮੰਡਲ ਦੇ ਸਿਰਫ ਥੋੜ੍ਹੇ ਜਿਹੇ ਗਿਆਨੀਆਂ ਨੂੰ ਪਤਾ ਹੈ ਕਿ ਕੁਝ ਮੰਡਲ ਐਸਾ ਹੁੰਦਾ ਹੈ ਜਿੱਥੇ ਜੀ ਦੇ ਬਦਲੇ ਜੀ। ਸਾਡੇ ਘਰ 3-4 ਵਾਰ ਘਟਨਾ ਵਾਪਰੀ ਹੈ ਜਿੱਥੇ ਮਹਾਰਾਜ ਨੇ ਆਪਣੇ ਬੋਲ ਕੇ ਕਿਹਾ ਵੀ ਇਹਦੇ ਬਦਲੇ ਕੌਣ। ਆਪਨੇ ਪੜ੍ਹਿਆ ਹੋਣਾ ਬਾਬਾ ਅਟਲ ਰਾਏ ਦਾ ਘਟਨਾਕ੍ਰਮ ਵੀ ਐਸਾ ਹੀ ਹੈ। ਮੋਹਨ ਨੂੰ ਬੁਲਾ ਲਿਆ ਉਹਨੇ ਅਤੇ ਮਹਾਰਾਜ ਨੇ ਕਿਹਾ ਸੀ ਕਿ ਅਟਲ ਤੁਸਾਂ ਮੋਹਨ ਨੂੰ ਖੇਡਦੇ ਨੂੰ ਜੋ 7 ਹੋ ਗਏ ਸਨ, ਤੁਸਾਂ ਬੁਲਾਇਆ ਸਿਰ ਨਿਵਾਏ ਜੀ। ਜਿੱਥੋਂ ਮੋਹਨ ਦੀ ਰੂਹ ਨੂੰ ਬੁਲਾ ਲਿਆ ਉਹ ਜਗ੍ਹਾ ਖਾਲੀ, ਉੱਥੇ ਕੌਣ ਜਾਏਗਾ, ਉਹ ਜਗ੍ਹਾ ਕੌਣ ਭਰੇਗਾ। ਅਤੇ ਆਪ ਨੂੰ ਪਤਾ ਹੈ ਬਾਬਾ ਅਟਲ ਨੇ ਜਾ ਕੇ ਜਗ੍ਹਾ ਭਰੀ ਹੈ। ਫਿਰ ਇਸੇ ਤਰ੍ਹਾਂ ਦਾ ਸੇਮ ਘਟਨਾਕ੍ਰਮ ਕੀਰਤਪੁਰ ਸਾਹਿਬ ਵਰਤਿਆ ਬਾਬਾ ਗੁਰਦਿੱਤਾ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ। ਕੀਰਤਪੁਰ ਵਿਖੇ ਵੀ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਸ਼ਿਕਾਰ ਖੇਡਦਿਆਂ ਭੁਲੇਵੇ ਦੇ ਨਾਲ ਇੱਕ ਗਊ ਮਰ ਗਈ। ਬਾਬੇ ਗੁਰਦਿੱਤੇ ਨੇ ਰੌਲਾ ਰੱਪਾ ਸ਼ਾਂਤ ਕਰਨ ਵਾਸਤੇ ਗਊ ਜੀਵਿਤ ਕਰਤੀ। ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਤੁਸੀਂ ਕੁਦਰਤ ਦੇ ਕਾਨੂੰਨ 'ਚ ਖਲਲ ਪਾਇਆ, ਸਾਡੇ ਘਰ ਇੱਦਾਂ ਨਹੀਂ ਚੱਲਦਾ। ਜੋ ਹੋ ਗਿਆ ਹੁਕਮ 'ਚ ਹੋ ਗਿਆ, ਉਸ ਨੂੰ ਮੰਨ ਲਓ। ਸਾਡੇ ਘਰ ਮੰਨਣਾ ਹੈ। ਤੁਸਾਂ ਮੰਨਿਆ ਨਹੀਂ, ਕਹਿਣ ਕੋਈ ਜਵਾਬ ਨਹੀਂ। ਪਰ ਤੁਰਦੇ ਕਹਿਣ ਲੱਗੇ ਪਿਤਾ ਜੀ ਰੌਲਾ ਪੈਂਦਾ ਸੀ। ਮਹਾਰਾਜ ਕਹਿਣ ਲੱਗੇ ਲੋਕਾਂ ਦੇ ਤੇ ਕੰਮ ਹੈ ਰੌਲਾ ਪਾਉਣਾ, ਕਿ ਰੌਲਾ ਪੈਣ ਦੇ ਨਾਲ ਕੁਦਰਤ ਦੇ ਨਿਯਮ ਬਦਲ ਜਾਣਗੇ। ਹੁਣ ਕੀ ਹੋਵੇਗਾ। ਕਹਿਣ ਲੱਗੇ ਜੋ ਜੀਵਾਤਮਕ ਮੰਡਲ ਸੀ ਉੱਥੇ, ਅਤੇ ਆਪਾਂ ਨੂੰ ਪਤਾ ਹੈ ਬਾਬਾ ਗੁਰਦਿੱਤਾ ਜੀ ਨੇ ਸ਼੍ਰੀ ਛੱਡਣਾ ਪਿਆ। ਹੁਣ ਕਹਿੰਦੇ ਨੇ ਪੁੱਤਰ ਤੇ ਜੀਵਿਤ ਹੋ ਜਾਏਗਾ, ਪਰ ਤੁਹਾਨੂੰ ਇੱਕ ਕੰਮ ਕਰਨਾ ਪਏਗਾ। ਦੱਸੋ ਕੀ ਕਰਨਾ ਪਏਗਾ। ਕਹਿਣ ਲੱਗੇ ਜੀ ਦੇ ਬਦਲੇ ਜੀ ਦੇਣਾ ਪਏਗਾ। ਜੋ ਮਾਂ ਕਹਿੰਦੀ ਸੀ ਹਾਏ ਮੈਂ ਮਰ ਜਾਂਦੀ, ਮੇਰਾ ਪੁੱਤ ਜਿਉਂਦਾ ਰਹਿੰਦਾ, ਮੈਂ ਮਰ ਜਾਂਦੀ। ਮਹਾਰਾਜ ਕਹਿਣ ਲੱਗੇ ਮਾਂ ਫਿਰ ਤੂੰ ਸਰੀਰ ਛੱਡ ਦੇ ਅਤੇ ਇਹ ਸਰੀਰ ਜੀਵਿਤ ਹੋ ਜਾਏਗਾ। ਗੱਲ ਤਾਂ ਨਹੀਂ, ਇੱਕ ਜਾਏਗਾ, ਇੱਕ ਦਾ ਸਰੀਰ ਸ਼ਾਂਤ ਹੋਏਗਾ। ਛੱਡ ਦਿਓ, ਕੌਣ ਛੱਡਣਾ ਚਾਹੁੰਦਾ ਆਪਣਾ ਸਰੀਰ। ਪੁੱਤਰ ਮੋਹ ਦੇ ਵਿੱਚ ਮਾਂ ਤੂੰ ਛੱਡ ਸਰੀਰ ਫਿਰ। ਪਰ ਕਿੱਥੇ ਮੈਂ ਨਾਰੀ ਅਤੇ ਮੈਂ ਪੁੱਤਰ ਨੂੰ ਕੀ ਕਰਨਾ ਹੈ। ਪੁੱਤਰ ਤਾਂ ਮਿਲਣਾ ਚਾਹੀਦਾ ਨਾ। ਮੈਂ ਹੋਵਾਂ ਅਤੇ ਪੁੱਤਰ ਹੋਵੇ, ਮੈਂ ਨਾ ਹੋਵਾਂ ਅਤੇ ਜਹਾਨ ਹੋਵੇ ਨਾ ਹੋਵੇ, ਮੇਰਾ ਕੀ ਫਰਕ ਹੈ। ਮਾਂ ਪਾਸੇ ਹਟ ਗਈ। ਸਤਿਗੁਰ ਪਿਤਾ ਨੂੰ ਕਹਿਣ ਲੱਗੇ ਵੀ ਤੂੰ ਬੜਾ ਵੱਧ ਕੇ ਬੋਲਦਾ ਹੈ, ਡਾਢਾ ਬੋਲਦਾ ਹੈ। ਤੂੰ ਕਹਿੰਦਾ ਮੇਰਾ ਸਹਾਰਾ ਮੇਰਾ ਇਹ, ਤਿੰਜ ਕਰ ਸਰੀਰ ਛੱਡ। ਤੂੰ ਤੇ ਖਾ ਹੰਡਾ ਵੀ ਲਿਆ ਹੈ, ਛੱਡ ਸਰੀਰ ਅਤੇ ਪੁੱਤਰ ਜੀਵਿਤ ਹੋ ਜਾਏ। ਕਹਿਣ ਲੱਗੇ ਬਾਬਾ ਮੈਂ ਆਪਣੇ ਨਾਲ ਸਭ ਕੁਝ ਹੈ, ਮੈਂ ਨਾ ਰਿਹਾ ਅਤੇ ਪੁੱਤਰ ਹੋਵੇ ਨਾ ਹੋਵੇ, ਮੇਰਾ ਕੀ ਹੈ। ਮਹਾਰਾਜ ਕਹਿਣ ਲੱਗੇ ਬਸ, ਪਰ ਹੁਣ ਤੇ ਬਚਨ ਹੋ ਚੁੱਕਾ, ਕਿਤੇ ਹੋਏਗਾ ਨਾ। ਸ਼ਾਇਦ ਪਤਾ ਉਸ ਵਕਤ ਮਹਾਰਾਜ ਦੇ ਤੇ ਚੌਰ ਦੀ ਸੇਵਾ ਕਰ ਸਨ ਭਾਈ ਜੀਉਣ। ਭਾਈ ਜੀਉਣ ਜੀ ਮਹਾਰਾਜ ਦੇ ਉੱਤੇ ਚੌਰ ਦੀ ਸੇਵਾ ਕਰਦੇ ਪਏ ਸਨ। ਭਾਈ ਭਗਤੂ ਦੇ ਪੁੱਤਰ, ਭਾਈ ਗੌਰੇ ਦੇ ਛੋਟੇ ਭਰਾ ਭਾਈ ਜੀਉਣ ਜੀ ਨੇ ਜਿਵੇਂ ਸੀ ਚੌਂਕੀ 'ਤੇ ਚੌਰ ਰੱਖਿਆ ਹੁੰਦਾ, ਮਹਾਰਾਜ 'ਤੇ ਚੌਰ ਕਰਦਿਆਂ ਚੌਰ ਚੌਂਕੀ 'ਤੇ ਰੱਖ ਦਿੱਤਾ, ਕਿਉਂਕਿ ਮਹਾਰਾਜ ਦੇ ਕੋਲ ਹੀ ਖੜ੍ਹੇ ਸਨ। ਮਹਾਰਾਜ ਦੇ ਪਿਛਲੇ ਪਾਸੇ ਗੋਡੇ ਕੋਲ ਮੱਥਾ ਟੇਕਿਆ। ਮੱਥਾ ਟੇਕਦਿਆਂ ਕਹੇ ਮਹਾਰਾਜ ਆਪ ਦਾ ਬਚਨ ਸੱਤ ਹੋਵੇਗਾ, ਇਹ ਸੇਵਾ ਇਸ ਸਰੀਰ ਦੀ ਮੇਰੀ ਲੇਖੇ ਲਾ ਦਿਓ। ਇੱਥੋਂ ਉੱਠੇ ਨੇ, ਲੰਗਰ ਚਲੇ ਗਏ ਨੇ। ਜੋ ਗਲ ਵਿੱਚ ਮਹਾਰਾਜ ਸੇਵਾ ਕਰਦੇ ਹਾਂ ਹਜ਼ੂਰੀ ਅਸੀਂ ਪਾ ਕੇ ਰੱਖਦੇ ਹਾਂ, ਉਹ ਉੱਪਰ ਤਣ ਲਿਆ ਅਤੇ ਸਰੀਰ ਛੱਡ ਦਿੱਤਾ ਹੈ। ਉੱਧਰ ਸਰੀਰ ਜੀਵਨ ਜੀ ਨੇ ਛੱਡਿਆ ਅਤੇ ਇੱਧਰ ਪੁੱਤਰ ਦੇ ਸਿਰ 'ਚ ਹਰਕਤ ਹੋ ਗਈ ਹੈ। ਸਤਿਗੁਰੂ ਸਮਰੱਥ ਹੈ, ਸਾਨੂੰ ਇੱਥੇ ਪਹੁੰਚਣਾ ਪੈਣਾ। ਬੇਨਤੀ ਕਰ ਰਿਹਾ ਸਾਂ, ਸਾਨੂੰ ਇਹ ਗੱਲ ਸਮਝ ਆ ਜਾਏ ਕਿ ਮੇਰਾ ਸਤਿਗੁਰੂ ਸਮਰੱਥ ਹੈ। ਮੇਰੇ ਸਤਿਗੁਰ ਦੇ ਅੱਗੇ ਕਿਸੇ ਪ੍ਰਕਾਰ ਦਾ ਕੋਈ ਦਾਵਾ ਰੌਲਾ ਨਾ ਪਾਵੇ। ਅਸੀਂ ਕਦੇ ਕਦੇ ਨਾਦਾਨੀਆਂ ਦੇ ਨਾਲ ਆਪਣੇ ਸਤਿਗੁਰ ਦੇ ਅੱਗੇ ਕਈ ਵੱਧ ਘੱਟ ਗੱਲਾਂ ਬੋਲ ਜਾਂਦੇ ਹਾਂ। ਇੱਥੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਤੂੰ ਸਮਰੱਥ ਹੈ, ਤੂੰ ਸਮਰੱਥ ਵੱਡਾ। ਕਦੇ ਕਦੇ ਪਾਠ ਕਰਦਿਆਂ ਪੜ੍ਹਿਆ ਹੋਵੇਗਾ, ਬਹੁਤ ਵਾਰ ਆਪ ਤੇ ਸਹਿਜ ਪਾਠ ਕਰਦੇ ਹੋ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲ ਹੈ ਆਕ੍ਰਿਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਔਰ ਸਾਡੇ ਧਿਆਨ ਵਿੱਚ, ਖਾਸ ਕਰਕੇ ਗੁਰਸਿੱਖਾਂ ਦੇ ਧਿਆਨ ਵਿੱਚ ਇਹ ਗੱਲ ਟਿਕੀ ਰਹਿਣੀ ਚਾਹੀਦੀ ਹੈ, ਗੁਰੂ ਅਤੇ ਪਰਮੇਸ਼ਰ ਇੱਕੋ ਹੀ ਨੇ। ਅੱਜ ਜਿਵੇਂ ਆਪਾਂ ਦਾਰਸ਼ਨਿਕ ਸ਼ਬਦ ਹੈ
एक सिक्के के दो पहलू, गुरु परमेश्वर इक्के सिक्के के दो पहलू ने। सिक्का मिलेगा तो दोनों पहलू इकट्ठे ही मिलणगे, ये मिलणगे तो इकट्ठे ही मिलणगे, गुरु परमेश्वर इकट्ठे ही मिलणगे। कोई ये नहीं कह सकता कि मैनू गुरु मिल गए तो रब तलाश करन जाना है, मतलब ही नहीं। गुरु मिल गए, सब कुछ मिल गया, क्योंकि गुरु ही रब है, गुरु ही परमेश्वर है। गुरु परमेश्वर एक को जान। बहुत बार हो जे बचन किते बैठ के ਲੱਭਣ ਲੱਗ ਪਈ ਹੈ ਨਾ, ਹੁਣ तो ਸਾਡੇ ਕੋਲ सहूलतां बड़िया ने, ਸਾਡੇ ਕੋਲ डिवाइस बहुत बाणियां ने। तुसीं गुरु परमेश्वर एको ये 3 ਅੱਖਰ पा के देखो कि तमाम तुकां इक्के ਅੱਖਰਾਂ ਨਾਲ ਮਿਲਦੀਆਂ ਜੁਲਦੀਆਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਇੱਕੋ ਹੀ है, गुरु ही परमेश्वर है, परमेश्वर ही गुरु है। कल सिंह बाचरे सा एक बार महाराज ने उन संत गुरु के भाग हुआ, गुर संत मिलाया। तो कल हर सतगुर कह रहे सन, हरि ही सतगुर है, सतगुरु ही हरि है। तो की करना सा मनना है, देखना नहीं है, क्योंकि दिखना कुछ नहीं गा, साड़ी इन्नी ताब नहीं है किसी देख पावांगे। हाँ, मनना है सा मेरा गुरु ही सतगुर, मेरा सतगुर परमेश्वर मेरा। बड़ा प्यारा जिहा शब्द है ना, कदे पाठ करते पढ़ना, सतगुर परमेश्वर मेरा, सतगुरु ही मेरा परमेश्वर है। गुरु दरबार च आ गए हाँ, होर किधरे नहीं जाना, बस असीं अपने थां ते आ गए। अगला काम सब गुरु दा है। असां अपना सब कुछ अपने गुरु ते सौंप देना। कहने लगे मैं ते अपने गुरु तो वार ने बलिहार ने लख बरिया। क्यों जानते हो? मेरा सतगुरु प्यारा बड़ा है, मेरा सतगुरु समर्थ है, गुरु मेल लैंदा है, गुरु साडे विंग तड़िंग कढ़ के अपने नाल मिला लैंदा है। आ बचन से रोज़ाना सानू पढ़ाया जाता है। जिहड़े आसाकी वार दा कीर्तन सुनते हो, कोई सुने हन, बलिहारी गुरे अपना देवहाड़ी सदवार, जिन मानस ते देवते कीए करत न लागी वार। अपने गुरु तो बलिहार जाइए 100 बार, दिन च वारी वारी जितनी बार हो सके बलिहार जाते रहिए, जिथों कुछ मिलता है। पूछा की मिलता तुहानू? मेरे सतगुरु को की है? कह के मेरा सतगुरु दाता है, मेरा सतगुरु मेरा जीवन बदल देंदा है, मेरा सतगुरु ने तो मेरा सब कुछ ही बदलता है, मैनू देवता बना दिता। मेरा सतगुरु इतना प्यारा है, मेरा सतगुरु तो मैनू देवता बना देंदा है। कहते ना, जिन मानुष ते देवते किए, जिस गुरुदेव ने सानू मनुख तो देवते बना दिता है। अजकल के सीजन की घटना चक्कर करतारपुर साहब की पढ़ी जाती है। आपने वडेरिया शब्द पढ़ी सुनी होवे, जिवें अजकल बरसातां का मौसम चलता है, जिन्होंने चौमासा कहते हैं। मैं बरसातां के 4 महीने जिहड़े बनजारे ते यात्री पांधे हुंदे सन, वो सफ़र नहीं सन करते, क्योंकि राहां दरियावां च पानी हो जाता, जिथे टिके उत्थे टिके रहिंदे। फिर गांह असू कत्ते दे महीनों के जदों दरिया उतर जाते तो फिर अगले राहां ते तुर पैंदे। लगभग संसार का व्यापार उदों ये 4 महीने रुकिया रहिंदा। बैरागियों का एक जत्था करतारपुर साहिब के गुरु नानक पातशाह साहब के कोल आ गया। बरसातां के आरंभक दौर सन। चिक्कड़ चोबा 4 सवेरे आके बेनती की, बाबा चौमासा कट्टना है। महाराज ने कहा ठीक है भाई, ये यात्रियां बैरागियां साधु सन्यासियों से मजबूरी भी है, हुण किते जा नहीं सकते, आले दुआले दरियावां दे पानी वध जाते हैं, मल्ला बेड़ियां नहीं पाउंदे, भवन बन जाते हैं, टिक जाओ। नाल कहता कि भाई जे तुसीं प्रशादा पानी लंगर चो छको तो मुबारकां, नहीं तो सुक्का सीधा मिल जाएगा, अपना खाओ तो पकाओ। कहने लगे नहीं, असीं लंगर चों खा लिया करांगे, पकाउण वाले चक्कर च असीं नहीं पैंदे, प्रशादा असीं लंगर चों खा लांगे। ठीक है जी, भला हो गया, रहण का प्रबंध हो गया, प्रशादा लंगर चों मिलता है। हुण ये हफ्ता 10 दिन गुजरे, देखिया हुण देखिया बरसातां का मौसम है। वडेर नूं पता कि बरसातां के मौसम वास्ते अगे इंतजाम करने पैंदे, बालन पड़ना पैंदा, साਂਭਣਾ पैंदा। इन्हां देखिया बाहर बालन इंतजाम हो रहे। कुछ नौजवान नगर के बच्चे पंजाबी शब्द बालन पढ़ते सन, कुहाड़ियां दे नाल बालन पढ़ रहे हैं। तो बालन पढ़ते नौजवान बच्चे आपस हासा ठट्ठा मजाक करते हैं, तकड़े जुस्सियां वाले शरीर बालन पढ़ते हैं, मजाका भी करते हैं। हैरान हो गए भी ये बंदे
ਇਹ ਕਿਸ ਤਰ੍ਹਾਂ ਗੁਰੂ ਨਾਨਕ ਦੇ ਸਿੱਖ ਹੋ ਸਕਦੇ ਨੇ? ਇਹੋ ਜਿਹੇ ਲੰਬੇ ਚੌੜੇ ਕੱਦ, ਨਾਲੇ ਹੱਥਾਂ 'ਚ ਕੁਹਾੜੇ ਫੜੇ, ਆਰੇ ਫੜੇ ਹੋਏ, ਮਜ਼ਾਕ ਠੱਠਾ ਕਰਦੇ ਹੋਏ। ਉਹਨਾਂ ਨੂੰ ਵੇਖ ਕੇ ਉਹਨਾਂ ਦੇ ਮਨ 'ਚ ਨਾ ਅਜੀਬ ਜੀ ਘृणा ਜੀ ਆ ਗਈ, ਕਿਉਂਕਿ ਬੈਰਾਗੀ ਸਨ। ਇਹ ਤਾਂ ਲੰਗੋਟੀਆਂ ਵਾਲੇ, ਪਹਾੜਾਂ 'ਤੇ ਵਿਚਣ ਵਾਲੇ, ਮੰਗ ਖਾਣੋਂ ਕੇ ਮਸੀਤੇ ਸੌਣ ਵਾਲੇ, ਘਰ ਪਰਿਵਾਰ ਗ੍ਰਸਤ ਵੇਖਿਆ ਹੀ ਨਹੀਂ। ਮਨ ਉਚਾਟ ਜਿਹਾ ਹੋ ਗਿਆ। ਆਏ ਮਹਾਰਾਜ ਨੂੰ ਮੱਥਾ ਟੇਕਿਆ, ਕਹਿਣ ਲੱਗੇ, ਮਹਾਰਾਜ ਅਸੀਂ ਇੱਥੇ ਰਹਿ ਨਹੀਂ ਸਕਦੇ। ਸੋਚਿਆ ਅਸੀਂ 4 ਮਹੀਨੇ ਤੁਹਾਡੇ ਕੋਲ ਕੱਟਾਂਗੇ, ਪਰ ਰਹਿ ਨਹੀਂ ਸਕਦੇ। ਕਿਉਂ, ਕੀ ਹੋ ਗਿਆ? ਕਹਿਣ ਲੱਗੇ, ਕੁਛ ਨਹੀਂ ਹੋਣਾ ਕੀ ਸੀ, ਆ ਤੁਹਾਡੇ ਡੇਰੇ 'ਚ ਕੋਈ ਬੰਦੇ ਥੋੜ੍ਹਾ, ਇਨਸਾਨ ਥੋੜ੍ਹਾ ਨੇ। ਬੜਾ ਕੋਝਾ ਜਿਹਾ ਸ਼ਬਦ ਉਹਨਾਂ ਨੇ ਆਪਣੇ ਗੁਰਸਿੱਖ ਬੱਚਿਆਂ ਵਾਸਤੇ ਵਰਤਿਆ, ਜਿਹੜਾ ਅਸੀਂ ਆਮ ਬੋਲ ਚਾਲ 'ਚ ਵਰਤਦੇ ਨਹੀਂ ਆ। ਮਹਾਰਾਜ ਨੇ ਦੇਖਿਆ ਵੀ ਇਹਨਾਂ ਦੇ ਮਨ ਉਲਟੇ ਪਾਸੇ ਤੁਰੇ ਹੋਏ ਨੇ। ਕਹਿੰਦੇ ਲੱਗੇ, ਅੱਛਾ ਕੋਈ ਗੱਲ ਨਹੀਂ, ਜੇ ਸਾਡੇ ਨਾਲ ਸਿੱਖਾਂ ਬੱਚਿਆਂ ਤੋਂ ਕੋਈ ਵੱਧ ਘੱਟ ਹੋ ਕੇ ਤਾਂ ਸਿੱਖੀਮਾ ਮੰਗਦੇ ਆ, ਪਰ ਚਲੋ 15-20 ਦਿਨ ਹੋਰ ਟਿਕ ਜਾਓ, ਬਰਸਾਤਾਂ ਝੜੀ ਲੱਗੀ ਲੰਘ ਜਾਣ ਦਿਓ, ਫਿਰ ਚਲੇ ਜਾਇਓ। ਹੁਣ ਗੁਰੂ ਨਾਨਕ ਦਾ ਬੋਲ ਮੋੜ ਕੌਣ ਸਕਦਾ? ਟਿਕ ਗਏ। ਹੁਣ ਜਿਨ੍ਹਾਂ ਨੌਜਵਾਨਾਂ ਬੱਚਿਆਂ ਵਾਸਤੇ ਇਹਨਾਂ ਦੇ ਮਨ 'ਚ ਘਿਰਣਾ ਜੀ ਆਈ ਸੀ, ਨਫ਼ਰਤ ਜੀ ਭਾਵ ਆਇਆ ਸੀ, ਹੁਣ ਹੌਲੀ ਹੌਲੀ ਉਹ ਚਿਹਰੇ ਨਾਲ ਪਛਾਣ ਲਏ। ਜਿਨ੍ਹਾਂ ਨੇ ਬਾਲਣ ਪਾੜਦਿਆਂ, ਮਜ਼ਾਕ ਠੱਠਾ ਕਰਦਿਆਂ ਦੇਖਿਆ ਸੀ, ਡਾਢੇ ਭਾਰੇ ਕੰਮ ਕਰਦਿਆਂ, ਹੁਣ ਦੇਖਦੇ ਨੇ ਉਹੀ ਨੌਜਵਾਨ ਲੰਗਰ ਪਕਾਉਂਦੇ ਵੀ ਨੇ, ਵੱਡੇ ਵੱਡੇ ਭਾਰੇ ਕੜਾਏ ਬਾਲਟੇ ਚੁੱਕਦੇ ਵੀ ਨੇ, ਸੇਵਾ ਵੀ ਬੜੇ ਅਦਬ ਨਾਲ ਕਰਦੇ ਨੇ, ਬੋਲਦੇ ਤੇ ਬੜਾ ਮਿੱਠਾ ਬੋਲਦੇ ਨੇ, ਤੇ ਸਵੇਰੇ ਸ਼ਾਮ ਗਾਹੇ ਬਗਾਹੇ ਸੰਗਤ ਵਿੱਚ ਵੀ ਬੈਠੇ ਹੁੰਦੇ ਨੇ। ਹੌਲੀ ਹੌਲੀ ਇਹਨਾਂ ਦੇ ਮਨ 'ਚ ਉਹਨਾਂ ਦੇ ਪ੍ਰਤੀ ਭਾਵ ਬਦਲੇ ਆ ਵੀ ਨਹੀਂ, ਅਸੀਂ ਤਾਂ ਕੋਝਾ ਜਿਹਾ ਸ਼ਬਦ ਇਹਨਾਂ ਵਾਸਤੇ ਵਰਤਿਆ ਸੀ, ਠੀਕ ਨਹੀਂ ਸੀ, ਇਹ ਬੰਦੇ ਤਾਂ ਠੀਕ ਲੱਗਦੇ ਨੇ। ਹੁਣ ਕਰਦਿਆਂ ਕਰਦਿਆਂ ਝੜੀ ਗੁਜ਼ਰ ਗਈ, 15-20 ਦਿਨ ਗੁਜ਼ਰ ਗਏ। ਹੁਣ ਮਜਬੂਰੀ ਸੀ, ਕਹਿ ਚੁੱਕੇ ਸਨ ਜਾਣਾ ਹੈ, ਅਤੇ ਬਾਬੇ ਕੋਲ ਚਲੇ ਗਏ। ਬਾਬਾ ਸਾਨੂੰ ਆਗਿਆ ਦਿਓ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਤੁਸੀਂ ਸਾਡੇ ਕੋਲ ਮਹੀਨਾ ਠਹਿਰਿਓ, ਸਾਡੇ ਸੰਗੀਆਂ ਸਾਥੀਆਂ ਸੇਵਕਾਂ ਤੋਂ ਕੋਈ ਵੱਧ ਘੱਟ ਹੋਵੇ ਤੇ ਖਿਮਾ ਕਰਿਆ ਜੇ। ਹੁਣ ਮਹਾਰਾਜ ਦਾ ਬਚਨ ਇੱਕ ਆਪਣੇ ਢੰਗ ਦਾ ਤੀਰ ਹੈ। ਇਹ ਕੋਈ ਦਰਵੇ ਤੇ ਕਹਿਣ ਲੱਗੇ, ਨਹੀਂ, ਖਿਮਾ ਅਸੀਂ ਮੰਗਦੇ ਹਾਂ, ਅਸਾਂ ਤੁਹਾਡੇ ਸਿੱਖਾਂ ਬੱਚਿਆਂ ਵਾਸਤੇ ਕੁਝ ਸ਼ਬਦ ਵੱਧ ਘੱਟ ਬੋਲੇ ਸੀ, ਸਾਨੂੰ ਖਿਮਾ ਕਰ ਦਿਓ। ਮਹਾਰਾਜ ਨੇ ਦੇਖਿਆ ਵੀ ਹੁਣ ਠੀਕ ਲਾਈਨ 'ਤੇ ਆ ਗਏ। ਕਹਿਣ ਲੱਗੇ, ਕੋਈ ਗੱਲ ਨਹੀਂ, ਆ ਥੋੜ੍ਹਾ ਜਿਹਾ ਸਮਾਂ ਹੋਰ ਰਹਿ ਗਿਆ ਹੈ, ਇਹ ਵੀ ਕੱਟ ਲਓ ਇੱਥੇ, ਚਲੋ ਚਾਹੇ ਤਾਂ ਕਰੋ, ਮਹੀਨਾ ਕੁ ਹੋਰ ਕੱਟ ਲਓ, ਕੋਈ ਦਿਨ ਟਿਕ ਜਾਣਗੇ ਫਿਰ ਚਲੇ ਜਾਇਓ। ਮਹੀਨਾ ਕੁ ਹੋਰ ਟਿਕ ਗਏ। ਹੁਣ ਦੇਖਿਆ ਬਰਾਂਗੀ ਬਦਲੇ ਹੋਏ, ਕਿਉਂਕਿ ਦ੍ਰਿਸ਼ਟੀ ਬਦਲ ਗਈ। ਯਾਦ ਰੱਖਣਾ, ਅੱਜ ਵੀ ਸਾਡਾ ਦ੍ਰਿਸ਼ਟੀਕੋਣ ਬਦਲ ਜਾਏ, ਜਿਹਨੂੰ ਲੋਕਾਂ ਦੀ ਦ੍ਰਿਸ਼ਟੀ ਬਦਲ ਜਾਏ ਤੇ ਸ੍ਰਿਸ਼ਟੀ ਬਦਲ ਜਾਂਦੀ ਹੈ। ਬੰਦੇ ਨਹੀਂ ਬਦਲਦੇ, ਬੰਦੇ ਉਹੀ ਹੁੰਦੇ ਨੇ। ਉਸੇ ਕਰਮ ਨੂੰ ਇੱਕ ਚੰਗਾ ਕਹਿ ਰਿਹਾ ਹੁੰਦਾ ਅਤੇ ਉਸੇ ਕਰਮ ਨੂੰ ਇੱਕ ਮੰਦਾ ਕਹਿ ਰਿਹਾ ਹੁੰਦਾ। ਜਦੋਂ ਰਾਜਨੀਤੀ ਵਿੱਚ ਜਾਂ ਸਮਾਜਿਕ ਪੱਧਰ 'ਤੇ ਇੱਕ ਬਹੁਤ ਵੱਡਾ ਬਦਲਾਵ ਆਉਂਦਾ ਹੈ, ਤੁਸੀਂ ਦੇਖਿਆ ਹੋਣਾ, ਉਹਦੇ ਵਿਰੋਧ ਵਿੱਚ ਅਤੇ ਪੱਖ ਵਿੱਚ ਬੰਦੇ ਖੜ੍ਹੇ ਹੋ ਜਾਂਦੇ। ਕੁਝ ਉਸੇ ਕੰਮ ਨੂੰ ਚੰਗਾ ਕਹਿ ਰਹੇ ਹੁੰਦੇ ਨੇ, ਕੁਝ ਉਸੇ ਕੰਮ ਨੂੰ ਮੰਦਾ ਕਹਿ ਰਹੇ ਹੁੰਦੇ ਨੇ। ਦੇਖੀ, ਕੰਮ ਚੰਗਾ ਅਤੇ ਮੰਦਾ ਹੈ, ਨਹੀਂ ਕੰਮ ਤੇ ਨਤੀਜਾ ਬਾਅਦ ਵਿੱਚ ਦਿੰਦਾ ਹੈ ਵੀ ਇਹਦੇ ਨਤੀਜੇ ਚੰਗੇ ਨਿਕਲੇ ਕਿ ਨਤੀਜੇ ਮੰਦੇ ਨਿਕਲੇ। ਪਰ ਚੰਗਾ ਅਤੇ ਮੰਦਾ ਕਹਿਣ ਵਾਲਿਆਂ ਦਾ ਦ੍ਰਿਸ਼ਟੀਕੋਣ ਹੁੰਦਾ ਹੈ, ਉਹਨਾਂ ਦਾ ਨਜ਼ਰੀਆ ਹੁੰਦਾ ਹੈ। ਜਿਹੋ ਜਿਹੀ ਦ੍ਰਿਸ਼ਟੀ ਹੈ ਉਹੋ ਜਿਹੀ ਸ੍ਰਿਸ਼ਟੀ ਬਣ ਜਾਂਦੀ। ਅਗਰ ਸਾਡੀ ਦ੍ਰਿਸ਼ਟੀ ਚੰਗੀ ਹੈ ਤੇ ਸਾਰਾ ਸੰਸਾਰ ਚੰਗਾ ਹੈ। ਅਗਰ ਸਾਡੀ ਦ੍ਰਿਸ਼ਟੀ ਵਿੱਚ ਮੈਲ ਹੈ, ਵਿਕਾਰ ਹੈ, ਅਤੇ ਸਾਰਾ ਸੰਸਾਰ ਮੈਲਿਆਂ ਦਾ ਹੈ, ਸਾਰਾ ਸੰਸਾਰ ਵਿਕਾਰੀਆਂ ਦਾ ਹੈ। ਮੈਂ ਨਹੀਂ ਕਹਿੰਦਾ, ਇੱਕ ਪਾਵਨ ਬਚਨ ਆਪਣੇ ਪੜ੍ਹਿਆ ਹੋਣਾ ਹੈ। ਮਹਾਰਾਜ ਨੇ ਬਹੁਤ ਮਨੋਵਿਗਿਆਨਕ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਆਪਣੇ ਪਾਠ ਕਰਦਿਆਂ ਕਰਦਿਆਂ ਬਚਨ, ਸੁਖੀਏ ਕੋ ਪੇਖੈ ਸਭ ਸੁਖੀਆ। ਜਿਸ ਮਨੁੱਖ ਦੇ ਅੰਦਰ ਸੁੱਖ ਹੈ, ਉਹਨੂੰ ਸੰਸਾਰ 'ਚ ਹਰ ਬੰਦਾ ਸੁਖੀ ਨਜ਼ਰ ਆਏਗਾ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣਾ ਸਭ ਰੋਗੀ। ਇੱਥੇ ਤਨ ਦੇ ਸੁੱਖ ਅਤੇ ਤਨ ਦੇ ਰੋਗ ਨਹੀਂ ਗੇ। ਜਿਨ੍ਹਾਂ ਦੇ ਮਨ ਵਿੱਚ ਹੰਕਾਰ ਦਾ, ਹਉਮੈ ਦਾ ਰੋਗ ਹੈ ਨਾ, ਉਹ ਕਿਸੇ ਸੰਤ ਨੂੰ ਵੀ ਹੰਕਾਰਿਆ ਕਹਿਣਗੇ, ਉਹ ਕਿਸੇ ਗੁਰਮੁਖ ਨੂੰ ਵੀ ਹਉਮੈ ਦਾ ਭਰਿਆ ਹੋਇਆ ਕਹਿ ਦੇਣਗੇ। ਅਤੇ ਜਿਸ ਮਨੁੱਖ ਦੇ ਅੰਦਰ ਆਤਮਿਕ ਸੁੱਖ ਹੈ ਨਾ, ਉਹ ਕਿਸੇ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਮਾੜਾ ਨਹੀਂ ਕਹਿਣਗੇ। ਉਹ ਕਹਿਣਗੇ ਨਹੀਂ, ਭਲਾ ਹੈ। ਜੈਸਾ ਸਾਡਾ ਦ੍ਰਿਸ਼ਟੀਕੋਣ ਹੁੰਦਾ, ਅਸੀਂ ਵੈਸਾ ਬਣਾ ਲੈਂਦੇ ਹਾਂ। ਹੁਣ ਇਹਨਾਂ ਦਾ ਦ੍ਰਿਸ਼ਟੀਕੋਣ ਬਦਲ ਰਿਹਾ, ਨਜ਼ਰੀਆ ਬਦਲ ਰਿਹਾ ਹੈ। ਹੁਣ ਜਿਨ੍ਹਾਂ ਨੂੰ ਇਹਨਾਂ ਮੰਦਾ ਕਿਹਾ ਸੀ, ਉਹਨੂੰ ਸੇਵਾ ਕਰਦੇ ਵੇਖਦੇ ਨੇ, ਕਿਰਤਾਂ ਕਰਦੇ ਵੇਖਦੇ ਨੇ। ਹੁਣ ਇਹਨਾਂ 2 ਮਹੀਨਿਆਂ 'ਚ ਨਾ ਵੇਖ ਲਿਆ ਹੈ ਕਿ ਇੱਥੇ ਆਲੇ ਦੁਆਲੇ ਕੋਈ ਝਗੜਾ ਨਹੀਂ ਹੋਇਆ,
ਇੰਨਾ ਵੱਡਾ ਨਗਰ ਘੁੱਗ ਵਸਦਾ ਏ, ਕਿਤੇ ਕੋਈ ਕਲੇਸ਼ ਨਹੀਂ ਹੈ, ਕਿਤੇ ਕੋਈ ਸਾਮਾਨ ਪਿਆ ਹੋਵੇ ਚੋਰੀ ਨਹੀਂ ਹੈ, ਕਿਤੇ ਕਿਸੇ ਨੂੰ ਕੋਈ ਇੱਜ਼ਤ ਦਾ ਡਰ ਖੌਫ ਨਹੀਂ ਹੈ। ਲੋਕ ਆਰਾਮ ਨਾਲ ਆਉਂਦੇ ਜਾਂਦੇ, ਸਾਰੇ ਸੁਤੰਤਰ ਜੀਵਨ ਜਿਉਂਦੇ ਨੇ, ਆਨੰਦ ਹੈ, ਹਾਸਾ ਖੇਡਾਂ ਅਤੇ ਖੁਸ਼ੀਆਂ ਨੇ। ਜੇ ਕਿਤੇ ਕੋਈ ਸਰੀਰਕ ਭਾਣਾ ਵਾਧਾ ਘਾਟਾ ਵਰਤੇ ਤੇ ਸਾਰੇ ਇਕੱਠੇ ਹੋ ਕੇ ਗਮੀ ਵਰਤਾ ਲੈਂਦੇ ਨੇ, ਇੱਕ ਦੂਜੇ ਦੀ ਵੰਡ ਲੈਂਦੇ ਨੇ, ਉਹਨੂੰ ਗਮ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੇ। ਹੁਣ ਇਹਨਾਂ ਦਾ ਨਜ਼ਰੀਆ ਬਦਲ ਗਿਆ ਕਿ ਲੱਗੇ ਤੇ ਲੱਗਦਾ ਬਹੁਤ ਚੰਗਾ ਕੰਮ ਕੀਤਾ, ਪਰ ਕਰਦਿਆਂ ਕਰਦੇ ਵੀ ਮਹੀਨਾ ਗੁਜ਼ਰ ਗਿਆ। ਹੁਣ ਆਏ ਬਾਬੇ ਕੋਲ, ਅੱਛਾ ਜਾਤੇ ਹੈ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਤੁਸੀਂ ਸਾਡੇ ਕੋਲ 2 2.5 3 ਮਹੀਨੇ ਮੈਂ ਹੋ, ਸਾਡੇ ਸੇਵਕਾਂ ਸੰਗਤਾਂ ਤੋਂ ਕੋਈ ਭੁੱਲ ਚੁੱਕ ਖਿਮਾ। ਹੁਣ ਦੂਸਰੀ ਵਾਰ ਗੁਰੂ ਨਾਨਕ ਬਾਬੇ ਜੀ ਨੇ ਖਿਮਾ ਸ਼ਬਦ ਵਰਤਿਆ ਤੇ ਬਹੁਤ ਵੱਡਾ ਹੋਵੇਗਾ ਨਾ। ਇਹ ਪੈਰੀਂ ਪੈ ਕੇ ਕਹਿਣ ਲੱਗੇ ਬਾਬਾ ਅਸੀਂ ਤੁਹਾਡੇ ਬੰਦਿਆਂ ਵਾਸਤੇ ਸ਼ਬਦ ਮਾੜੇ ਵਰਤ ਰਹੇ ਸਾਂ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਜ਼ਾਹਲ ਗਵਾਰ ਹੀ ਸੀਗੇ, ਪਰ ਤੁਸੀਂ ਇਨਸਾਨ ਬਣਾ ਦਿੱਤੇ ਨੇ। ਤੁਹਾਡੇ ਇਸ ਨਗਰ 'ਚ ਇਨਸਾਨੀਅਤ ਦਾ ਝਲਕ ਹੈ। ਇਹ ਤੁਹਾਡਾ ਨਗਰ ਇਨਸਾਨਾਂ ਦਾ ਨਗਰ ਹੈ, ਮਨੁੱਖਤਾ ਪ੍ਰਗਟ ਹੁੰਦੀ ਹੈ। ਸਤਿਗੁਰੂ ਨੇ ਕਿਹਾ ਵੀ ਥੋੜ੍ਹਾ ਜਿਹਾ ਹੋਰ ਦਿਖਾ ਦਈਏ ਕੁਛ ਹੀ ਨਾ। ਕਰਦਿਆਂ ਕਰਦਿਆਂ ਜੋ ਸਾਡੇ ਫਸਲਾਂ ਲੱਗੀਆਂ ਨੇ, ਝੋਨੇ ਜਿਹਨੂੰ ਕਹਿੰਦੇ ਆ, ਕੋਈ ਜ਼ੀਰੀ ਕਹਿੰਦਾ ਹੈ, ਫਸਲਾਂ ਪੱਕ ਗਈਆਂ, ਦਰਿਆਵਾਂ ਦਾ ਪਾਣੀ ਉਤਰ ਗਿਆ, ਲੋਕਾਂ ਆਪਣੀ ਆਪਣੀ ਫਸਲਾਂ ਸਾਂਭਣੀਆਂ ਸ਼ੁਰੂ ਕਰਤੀਆਂ। ਹੁਣ ਇਹਨਾਂ ਦਾ ਮਿੱਤਰਤਾ ਹੋ ਗਈ, ਆਲੇ ਦੁਆਲੇ ਆਉਣ ਜਾਣ ਹੋ ਗਈ ਹੈ, ਦਰਿਆਵਾਂ ਤੱਕ ਸੈਰ ਕਰਨ ਜਾਂਦੇ ਨੇ, ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ। ਇੱਕ ਦਿਨ ਸੈਲ ਕਰਨ ਗਏ, ਦੇਖਿਆ ਇੱਕ ਪਿੜ ਲੱਗਾ ਏ, ਉੱਥੇ ਦਾਣੇ ਦਾ ਬੋੜ ਲੱਗਾ ਪਿਆ ਹੈ। ਦੇਖਿਆ 2 ਢੇਰੀਆਂ ਨੇ, ਦੋਵਾਂ 'ਚੋਂ ਇੱਕ 'ਚੋਂ ਦਾਣੇ ਕੱਢ ਕੱਢ ਕੇ ਇੱਕ ਦੂਜਾ ਦੂਜੀ ਢੇਰੀ 'ਚ ਸੁੱਟ ਰਿਹਾ। ਮਨ 'ਚ ਤੌਖਲ ਆਇਆ ਵੀ ਬਾਬੇ ਨਾਨਕ ਦਾ ਨਗਰ ਹੋਵੇ ਤੇ ਇੱਦਾਂ ਬੰਦਾ ਇੱਕ ਢੇਰੀ 'ਚੋਂ ਕੱਢ ਕੱਢ ਕੇ ਦੂਜੀ ਢੇਰੀ 'ਚ ਪਾ ਰਿਹਾ, ਇਹ ਚੰਗਾ ਨਹੀਂ ਹੈ। ਕੁਲ ਚਲੇ ਗਏ, ਥੋੜ੍ਹਾ ਜਿਹਾ ਪਹਿਲਾਂ ਤੇ ਔਖੇ ਜਿਹੇ ਕਹਿਣ ਲੱਗੇ ਲੈ ਭਾਈ ਤੈਨੂੰ ਨਹੀਂ ਪਤਾ ਇਹ ਗੁਰੂ ਨਾਨਕ ਦਾ ਨਗਰ ਹੈ, ਇੱਥੇ ਕੋਈ ਓਲਾ ਲੁਕਾ ਨਹੀਂ ਕਰਦਾ, ਤੇ ਤੂੰ ਇਸ ਢੇਰੀ 'ਚੋਂ ਕੱਢ ਕੱਢ ਕੇ ਇਸ ਢੇਰੀ 'ਚ ਪਾ ਰਿਹਾ। ਇਹ ਢੇਰੀ ਆਪਣੀ ਆ, ਇਹ ਕੀ ਤੇਰੇ ਕਿਸੇ ਸ਼ਰੀਕ ਦੀ ਹੈ? ਉਹ ਠਹਿਰ ਕੇ ਠਾਮੇ ਨਾਲ ਕਹਿਣ ਲੱਗਾ ਹਾਂ ਬਾਬਾ ਤੁਸੀਂ ਸੱਚ ਬਣਿਆ, ਇਹ ਢੇਰੀ ਮੇਰੀ ਹੀ ਹੈ, ਪਰ ਜਿਸ ਨੂੰ ਤੁਸਾਂ ਮੇਰੀ ਕਿਹਾ ਉਹ ਨਹੀਂ, ਜਿਸ ਵਿੱਚੋਂ ਕੱਢ ਕੇ ਪਾ ਰਿਹਾ ਇਹ ਮੇਰੀ ਹੈ। ਅਸੀਂ 2 ਭਰਾ ਹਾਂ, ਫਸਲ ਸਾਂਝੀ ਹੋਈ, ਵੰਡ ਹੋ ਗਈ ਹੈ, ਅਤੇ ਆਹ ਛੋਟੇ ਭਰਾ ਦੀ ਢੇਰੀ ਹੈ। ਉਹ ਨਗਰ ਨੂੰ ਗਿਆ ਹੋਇਆ, ਉਹਦੇ ਬਾਲ ਬੱਚੇ ਛੋਟੇ ਨੇ, ਖਰਚੇ ਬਹੁਤੇ ਨੇ, ਮੇਰੇ ਤੇ ਸਿਆਣੇ ਹੋ ਗਏ ਨੇ। ਭਾਈ ਸੋਚਿਆ ਸਾਹਮਣੇ ਤੇ ਬਰਾਬਰ ਵੰਡ ਲਿਆ, ਪਿੱਛੋਂ 2-4 ਛਿੱਕ ਹੋਰ ਪਾ ਦਿਆਂਗਾ ਤੇ ਉਹਦੀ ਮਦਦ ਹੋ ਜਾਏਗੀ। ਭਲਾ ਹੈ, ਚਲੇ ਗਏ। ਥੋੜ੍ਹੀ ਦੇਰ ਬਾਅਦ ਵਾਪਸ ਆਏ ਸੈਲ ਕਰਕੇ ਦਰਿਆ ਤੋਂ, ਅਤੇ ਰਾਖੀ ਵਾਲਾ ਬੰਦਾ ਬਦਲ ਗਿਆ ਅਤੇ ਕੰਮ ਫਿਰ ਉਹੀ ਹੋ ਰਿਹਾ, ਇਸ ਢੇਰੀ 'ਚੋਂ ਕੱਢ ਕੱਢ ਕੇ ਉਸ ਢੇਰੀ 'ਚ ਪਾ ਰਿਹਾ। ਅਤੇ ਫਿਰ ਉੱਥੇ ਚਲੇ ਗਏ, ਬਾਬਾ ਤੂੰ ਕੀ ਕਰਦਾ ਪਿਆ? ਉਹਨੇ ਵੀ ਉਹੀ ਸ਼ਬਦ ਵਰਤੇ ਵੀ ਫਸਲ ਤੇ ਸਾਂਝੀ, ਪੱਕ ਗਈ, ਵੰਡ ਲਈ, ਬੁੜ ਲੱਗ ਗਏ, ਢੇਰੀਆਂ ਹੋ ਗਈਆਂ, ਪਰ ਆਹ ਢੇਰੀ ਵੱਡੇ ਭਰਾ ਦੀ ਹੈ, ਸਾਡਾ ਕੀ ਹੈ? ਸਾਡੇ ਤੇ ਨਿਆਣੇ ਛੋਟੇ ਨੇ, ਬਹੁਤਾ ਸਮਾਂ ਤੇ ਵੱਡੇ ਦੇ ਘਰ ਹੀ ਤਾਏ ਕੋ ਜਾ ਕੇ ਖਾ ਪੀ ਲੈਂਦੇ ਨੇ, ਉਹ ਸਾਰੀ ਰਿਸ਼ਤੇਦਾਰੀ ਖੁਸ਼ੀ ਗਮੀ ਬਰਾਦਰੀ ਉਹ ਹੀ ਸਾਂਭਦਾ ਹੈ, ਅਤੇ ਸਾਡਾ ਤੇ ਸਰ ਜਾਂਦਾ, ਲੋੜ ਪਈ ਘਰੋਂ ਲੈ ਲਈਦਾ। ਇਸ ਕਰਕੇ ਸੋਚਿਆ 4-6 ਛਿੱਕੂ ਉਹਦੀ ਢੇਰੀ 'ਚ ਪਾ ਦਿਆਂਗਾ ਅਤੇ ਉਹਦੀ ਮਦਦ ਸੇਵਾ ਹੋ ਜਾਏਗੀ। ਵਾਪਸ ਆਏ, ਤਦ ਤੱਕ 4 ਮਹੀਨੇ ਵੀ ਗੁਜ਼ਰ ਗਏ। ਗੁਰੂ ਨਾਨਕ ਜੀ ਦੇ ਪੈਰੀਂ ਪੈ ਕੇ ਕਹਿਣ ਲੱਗੇ ਬਾਬਾ ਸਾਨੂੰ ਵਿਦਾ ਵੀ ਕਰ, ਚਿੱਤ ਤੇ ਨਹੀਂ ਕਰਦਾ ਜਾਣਦਾ, ਪਰ ਚੁੱਕੇ ਬੈਰਾਗੀ ਹਾਂ ਜਾਣਾ ਹੈ, ਪਰ ਇੱਕ ਗੱਲ ਕਹਿ ਕੇ ਜਾਵਾਂਗੇ, ਅਸਾਂ ਦਾ ਨਜ਼ਰੀਆ ਬਦਲ ਗਿਆ, ਤੇਰੇ ਨਗਰ 'ਚ ਆ ਕੇ ਸਾਡੀ ਦੁਨੀਆ ਬਦਲ ਗਈ। ਬਾਬਾ ਜੀ ਕਹਿਣ ਲੱਗੇ ਕੀ ਹੋਇਆ ਜੇ? ਵੇਖ ਲਿਆ ਤੀਰ ਟਿਕਾਣੇ 'ਤੇ ਲੱਗ ਗਿਆ, ਦੇਖ ਲਿਆ ਇਹਨਾਂ ਦੇ ਅੰਦਰ ਦਾ ਉਹ ਗੁਬਾਰ ਸੀ ਰੁੜ ਗਿਆ। ਕਹਿਣ ਲੱਗੇ ਬਾਬਾ ਇਹ ਸੱਚ ਹੈ ਕਿ ਦੁਨੀਆ ਦੇ ਲੋਕ ਜਾਹਲ ਨੇ, ਗਵਾਰ ਹੋਣਗੇ, ਅਨਪੜ੍ਹ ਹੋਣਗੇ, ਪਸ਼ੂ ਹੋਣਗੇ, ਪਸ਼ੂ ਬਿਰਤੀਆਂ ਹੋਣਗੀਆਂ, ਪਰ ਤੁਸਾਂ ਇੱਥੇ ਦੇਵ ਲੋਕ ਦਾ ਦਰਸ਼ਨ ਕਰਾ ਦਿੱਤਾ ਹੈ। ਅਸਾਂ ਸੁਣਿਆ ਕਿਤੇ ਸਵਰਗ ਹੁੰਦਾ ਹੈ, ਸੁਣਿਆ ਕਿਤੇ ਦੇਵ ਲੋਕ ਹੁੰਦਾ ਹੈ, ਪਰ ਬਾਬਾ ਤੁਹਾਡਾ ਕਰਤਾਰਪੁਰ ਨਗਰ ਵਾਕਈ ਕਰਤਾਰ ਦਾ ਨਗਰ ਹੈ। ਇੱਥੇ ਕਰਤਾਰ ਦੇ ਪਿਆਰੇ ਵਾਸਤੇ ਨੇ, ਇਹ ਦੇਵ ਲੋਕ ਵਾਸਤਾ ਹੈ, ਇੱਥੇ ਦੇਵਤੇ ਵਾਸਤੇ ਨੇ। ਅਸਾਂ ਸੁਣਿਆ ਨਾ ਬਾਬੇ ਨਾਨਕ ਦੀ ਸੰਗਤ ਵਿੱਚ ਰਹੋ ਤੇ ਸਹੀ, ਗੁਰੂ ਦੇਵਤੇ ਬਣਾ ਦਿੰਦਾ। ਠੀਕ ਹੈ ਅਸੀਂ ਬਾਹਰ ਪਸ਼ੂ ਹੋਵਾਂਗੇ, ਸਾਡਾ ਬਾਹਰਲਾ ਜੀਵਨ ਕੈਸਾ ਹੋਵੇਗਾ, ਪਰ ਇੱਥੇ ਸਾਨੂੰ ਪੂਰਨ ਤੌਰ 'ਤੇ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਕਹਿੰਦੇ ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ। ਗੁਰਬਾਣੀ 'ਚ ਬੜੇ ਪਿਆਰ ਨਾਲ ਕਹਿੰਦਾ ਮੇਰਾ ਸਤਿਗੁਰ। ਇੱਕ ਹੋਰ ਨਿੱਕੀ ਜਿਹੀ ਗੱਲ ਕਹਾਂ,
ਆਪਣਤਵ ਇੱਕ ਦਾਰਸ਼ਨਿਕ ਸ਼ਬਦ ਹੈ। ਆਪਣਤਵ, ਆਪਣਾ। ਜਦੋਂ ਵੀ ਸਾਨੂੰ ਦੁੱਖ ਤੇ ਸੁੱਖ ਪਏਗਾ, ਕੌਣ ਚੇਤੇ ਆਏਗਾ? ਜੋ ਆਪਣਾ ਹੈ। ਕਦੇ ਕਦੇ ਬਗਾਨਾ ਚੇਤੇ ਆਇਆ ਜੀ? ਕਦੇ ਵੀ ਦੁੱਖ ਤਾਂ ਸੁੱਖ ਪਿਆ ਸਾਨੂੰ ਤੇ ਕੀ ਬਗਾਨਾ ਚੇਤੇ ਆਇਆ? ਕੋਈ ਨਹੀਂ। ਆਪਣਾ ਚੇਤੇ ਆਉਂਦਾ। ਆਪਣਾ ਧੀ ਪੁੱਤਰ, ਆਪਣੇ ਭੈਣ ਭਰਾ, ਆਪਣੇ ਮਾਪੇ, ਆਪਣੇ ਮਿੱਤਰ, ਆਪਣਾ ਵਤਨ, ਆਪਣਾ ਪਿੰਡ, ਆਪਣਾ ਦੇਸ਼, ਆਪਣਾ ਆਪਣਾ ਆਪਣਾ। ਜਿੱਥੋਂ ਤੱਕ ਆਪਣਤਵ ਜੁੜਿਆ ਹੋਏਗਾ ਉਹੀ ਚੇਤੇ ਆਏਗਾ ਨਾ, ਕਦੇ ਬਗਾਨਾ ਚੇਤੇ ਨਹੀਂ ਆਏਗਾ। ਇਸੇ ਤਰ੍ਹਾਂ ਕਿਤੇ ਸਤਿਗੁਰ ਵੀ ਆਪਣੇ ਚੇਤੇ ਆਏਗੇ ਨਾ। ਆਪਣਾ, ਮੇਰਾ, ਮੇਰਾ ਸਤਿਗੁਰ। ਬਸ ਚੇਤਾ ਰੱਖਣਾ, ਅਸੀਂ ਕਹੀਏ ਮੇਰਾ ਸਤਿਗੁਰ, ਮੇਰੇ ਸਤਿਗੁਰ, ਮੇਰੇ ਸਤਿਗੁਰ। ਆ ਗੁਰਬਾਣੀ 'ਚ ਬਹੁਤ ਵਾਰ ਹੈ ਮੇਰੇ ਸਤਿਗੁਰੂ। ਅੱਜ ਵੀ ਕਹਿੰਦੇ ਮੇਰਾ ਸਤਿਗੁਰ, ਮੇਰਾ ਸਤਿਗੁਰ। ਅਸੀਂ ਇੱਕ ਆਸ ਰੱਖਦੇ ਹਾਂ ਹੋਰ, ਗੁਰਦੇਵ ਕਿਰਪਾ ਕਰਨ। ਗੁਰਦੇਵ ਵੀ ਕਿਤੇ ਕਹਿਣ ਮੇਰੇ ਗੁਰਸਿੱਖ, ਮੇਰਾ ਸਿੱਖ, ਮੇਰਾ ਸਤਿਗੁਰੂ। ਅੱਜ ਕਹਿਣ ਲੱਗੇ ਮੇਰਾ ਸਤਿਗੁਰ ਜੀਵਨ ਬਦਲ ਦਿੰਦਾ ਹੈ। ਆਸਾ ਕੀ ਵਾਰ ਦੀ ਸ਼ੁਰੂਆਤ ਵਿੱਚ ਇਹੀ ਦੱਸਿਆ ਗਿਆ ਨਾ, ਇੱਥੇ ਆ ਕੇ ਬੈਠੋਗੇ ਨਾ, ਇੱਥੇ ਆਉਂਦੇ ਰਹੋਗੇ ਲਗਾਤਾਰ। ਸਿਆਣੇ ਮੰਨਦੇ ਨੇ ਜੇ 100 ਦਿਨ ਲਗਾਤਾਰ ਇੱਕੋ ਕੰਮ ਕਰ ਲਓ, ਸ਼ੁਰੂਆਤ ਤੇ 40 ਦਿਨ ਤੋਂ ਹੋ ਜਾਂਦੀ ਹੈ। ਇਸੇ ਕਰਕੇ ਲੋਕ 40 ਕਰਵਾਉਂਦੇ ਸਨ। ਅਸੀਂ ਉਹਦੀ ਅਲੱਗ-ਅਲੱਗ ਤਰੀਕੇ ਦੇ ਨਾਲ ਵਿਆਖਿਆਵਾਂ ਕੀਤੀਆਂ। ਚੰਗਾ ਤੇ ਮੰਦਾ ਬੋਲਿਆ ਤੇ ਚੰਗਾ ਤੇ ਮੰਦਾ ਕਿਹਾ ਹੋਏਗਾ, ਪਰ ਸਾਡੇ ਮਨ ਦਾ ਸਾਈਕਲ ਪਹਿਲਾਂ 40 ਦਿਨ ਦਾ ਹੁੰਦਾ ਹੈ। ਜਿਹੜੇ ਮਨੋਵਿਗਿਆਨ 'ਤੇ ਕੰਮ ਕਰਦੇ ਨੂੰ ਪਤਾ ਹੈ ਇਹ ਕਿਵੇਂ ਮਨ ਕੰਮ ਕਰਦਾ ਹੈ। ਸ਼ੁਰੂਆਤ 7 ਦਿਨ ਤੋਂ ਹੁੰਦੀ ਹੈ, ਹੌਲੀ 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 40 ਦਿਨ 'ਤੇ ਪੱਕ ਸਕਦਾ ਹੈ। ਪਰ ਇਹ ਵੀ ਲੋਕ ਮੰਨਦੇ ਨੇ ਕਿ ਅਗਰ ਕੋਈ ਵਿਅਕਤੀ ਕਿਤੇ 90 ਦਿਨ ਕੱਟ ਜਾਏ ਤੇ ਸਰਵਾਈਵ ਕਰ ਜਾਏਗਾ, ਉਹ ਪੱਕਾ ਹੋ ਜਾਏਗਾ। ਸ਼ਾਇਦ ਇਸੇ ਕਰਕੇ ਸਰਕਾਰਾਂ ਨੇ ਵੀ ਕਿਹਾ ਸੀ ਜੋ 3 ਮਹੀਨੇ ਬਾਅਦ ਅਸੀਂ ਤੁਹਾਨੂੰ ਮੁਲਾਜ਼ਮਤ 'ਚ ਪੱਕਾ ਮੰਨ ਲੈਂਦੇ ਹਾਂ। ਬਹੁਤ ਗਹਿਰੇ ਮਨੋਵਿਗਿਆਨਿਕ ਸਮਾਜਿਕ ਸੂਤਰ ਹੁੰਦੇ ਨੇ। ਲਗਾਤਾਰ ਟਿਕੇ ਰਹੀਏ, ਇੱਕ ਸੀਜ਼ਨ, ਇੱਕ ਰੁੱਤ, ਤੇ ਗੁਰੂ ਬਦਲਾਵ ਦਿੰਦੇ ਨੇ। ਪਰ ਬਦਲਾਵ ਲੈਣ ਵਾਸਤੇ ਤਿਆਰ ਤੇ ਹੋਈਏ। ਅਸੀਂ ਕਿਤੇ ਮਾਣ ਫਖਰ ਨਾ ਕਹਿ ਸਕੀ ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ। ਕਿਉਂ ਜੁੜੇ ਐਵੇਂ ਸਤਿਗੁਰ ਪਿਆਰੇ ਦੇ ਨਾਲ? ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ, ਮੈਂ ਆਪਣੇ ਗੁਰੂ ਤੋਂ ਬਿਨਾਂ ਹੁਣ ਨਹੀਂ ਰਹਿ ਸਕਦਾ। ਜਿਤਨਾ ਪਿਆਰ ਗਹਿਰਾ ਹੋ ਜਾਏਗਾ ਉਤਨਾ ਹੀ ਸਾਡਾ ਅੰਦਰ ਦਾ ਮਜ਼ਬੂਤੀ ਨਾਲ ਜੁੜ ਜਾਏਗਾ। ਜਿਵੇਂ ਨਿੱਕਾ ਜਿਹਾ ਬਾਲਕਾ, ਜਿਵੇਂ ਬਾਰਕ ਖੀਰ ਆਧਾਰੀ ਹੈ ਨਾ, ਪੜ੍ਹਦੇ ਨੇ ਬਾਰਕਾਂ ਦੇ ਪ੍ਰਤੀ ਛੋਟੇ ਛੋਟੇ ਬੱਚੇ, ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਅਸੀਂ ਇੱਥੇ ਪਹੁੰਚ ਸਕੀਏ, ਅਸੀਂ ਗੁਰੂ ਤੋਂ ਬਿਨਾਂ ਨਹੀਂ। ਸੱਚ ਹੈ ਵੀ ਨਹੀਂ, ਅਜੇ ਸਾਨੂੰ ਚੇਤਨਾ 'ਚ ਨਹੀਂ ਆਇਆ, ਪਰ ਗੁਰੂ ਹੈ ਤੇ ਜਿਉਂਦੇ ਹਾਂ। ਉਸ ਬਾਲਕ ਨੂੰ ਤੇ ਆਰਟੀਫਿਸ਼ਲ ਬਾਜ਼ਾਰ 'ਚੋਂ ਦੁੱਧ ਪਿਲਾਇਆ ਜਾ ਸਕਦਾ ਹੈ, ਪਰ ਚੇਤ ਰੱਖਣਾ ਰੂਹ ਨੂੰ ਕਿਤੇ ਬਾਜ਼ਾਰ 'ਚੋਂ ਕੁਛ ਨਹੀਂ ਮਿਲਣਾ। ਇਹ ਤੇ ਜਿੰਨਾ ਚਿਰ ਗੁਰੂ ਹੈ ਉਹਨਾਂ ਚਿਰ ਜਿਉਂਦੀ ਹੈ। ਗੁਰੂ ਨੇ ਜਰਾ ਕੁ ਆਪਣਾ ਹੱਥ ਖਿੱਚਿਆ ਨਹੀਂ ਤੇ ਢਹਿ ਢੇਰੀ। ਆ ਬਚਨ ਪੜ੍ਹਦੇ ਹਾਂ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਆ ਜੋ ਜੀਵਨ ਸਾਨੂੰ ਮਿਲਿਆ ਨਾ, ਇਹ ਗੁਰੂ ਦੇ ਦਰਸ਼ਨ ਸਦਕੇ ਹੀ ਹੈ। ਕਿਉਂਕਿ ਸਾਡੀਆਂ ਨਾ ਅੱਖਾਂ 'ਚ ਤਾਬ ਨਹੀਂ ਤੇ ਮਨ ਵਿੱਚ ਸਮਝ ਨਹੀਂ, ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਗੁਰੂ ਦਾ ਸਭ ਕੁਛ ਹੈ। ਸਭ ਕੁਛ ਗੁਰੂ ਦੇ ਦਰਸ਼ਨ ਸਦਕੇ ਹੀ ਹੈ। ਅੱਜ ਜਿਤਨਾ ਕੁ ਪੜ੍ਹਦੇ ਸੁਣਦੇ ਹਾਂ ਗੁਰੂ ਸਦਕੇ ਹੀ ਆ। ਜਿਹੜੇ ਨਹੀਂ ਆਉਂਦੇ ਨਾ, ਅਸੀਂ ਸੋਚਦੇ ਵੀ ਲੈ ਉਹ ਤਾਂ ਨਹੀਂ ਆਉਂਦੇ, ਸਾਤੋਂ ਚੰਗਾ ਖਾਂਦੇ ਪੀਂਦੇ ਨੇ, ਉਹ ਵੀ ਗੁਰੂ ਸਦਕੇ ਹੀ ਨੇ। ਪਰ ਡੇ ਬਾਈ ਡੇ ਉਹ ਹਰਾਸ ਹੋ ਰਹੇ, ਖਤਮ ਹੋ ਰਹੇ ਨੇ। ਉਹਨਾਂ ਦਾ ਜ਼ਮੀਰ ਮੁੱਕਦਾ ਜਾਂਦਾ ਹੈ, ਪ੍ਰਾਣ ਸੁੱਕਦੇ ਜਾਂਦੇ ਨੇ। ਉਹ ਮਰ ਜਾਣਗੇ, ਉਹ ਜੰਮਦੇ ਲਿਖੇ ਪੈਣਗੇ, ਉਹ ਹਾਏ ਹਾਏ ਕਰਦੇ ਫਿਰਨਗੇ। ਆ ਵੇਖਿਆ ਹੋਣਾ ਹੈ ਸਾਡੇ ਘਰਾਂ 'ਚ ਲੋਕ ਹਾਏ 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 ਤੌਬਾ ਮੱਚੀ ਰਹਿੰਦੀ ਹੈ, ਪਰ ਗੁਰਮੁਖ ਗੁਰਸਿੱਖ ਸੰਤ ਸ਼ਾਂਤ ਰਹਿੰਦੇ ਨੇ। ਪਤਾ ਕਿਉਂ? ਮੇਰੇ ਗੁਰੂ ਕੀ ਨੇ? ਹਰ ਨਾਮੋ ਹਰ ਨਾਮ ਦੇਵੈ। ਮੇਰੇ ਸਤਿਗੁਰੂ ਮੈਨੂੰ ਵਾਹਿਗੁਰੂ ਜੀ ਦੇ ਨਾਮ ਦ੍ਰਿੜ ਕਰਾ ਦਿੰਦੇ ਨੇ। ਜਿਵੇਂ ਮਾਤਾ ਆਪਣੇ ਬੱਚੇ ਰੋਂਦੇ ਉਹਨੂੰ ਦੁੱਧ ਦੇ ਕੇ ਚੁੱਪ ਕਰਾ ਦਿੰਦੀ ਹੈ ਨਾ, ਇਵੇਂ ਹੀ ਗੁਰੂ ਦਾਤਾ ਮੈਨੂੰ ਨਾਮ ਦਿੰਦੇ ਨੇ। ਇੱਕ ਬੜਾ ਪਿਆਰਾ ਬਚਨ ਆ ਪਿਛਲੇ ਰਾਗ ਵਿੱਚ ਬਿਹਾਗੜਾ 'ਚ ਆਪਣੇ ਪੜ੍ਹਿਆ ਹੋਣਾ, ਗੁਰ ਅੰਮ੍ਰਿਤ ਹਰ ਮੁਖ ਚੋਇਆ, ਫਿਰ ਮਰਦਾ ਬਹੁੜ ਜਿਵਾਇਆ ਰਾਮ। ਆ ਗੁਰੂ ਆਪਣੇ ਬਾਲਕ ਦੇ ਗੁਰਸਿੱਖਾਂ ਦੇ ਮੁਖ 'ਚ ਅੰਮ੍ਰਿਤ ਨਾਮ ਚੋ ਦਿੰਦੇ ਨੇ ਤੇ ਮਰਦੇ ਬਚ ਜਾਂਦੇ ਨੇ। ਮੇਰਾ ਸਤਿਗੁਰ ਨਾਮ ਦਿੰਦਾ, ਹਰ ਨਾਮੋ ਹਰ ਨਾਮ ਦੇਵੈ, ਮੇਰਾ ਅੰਤ ਸਖਾਈ ਰਾਮ। ਚੇਤਾ ਰੱਖਣਾ, ਜਿੱਥੇ ਕੋਈ ਪੁੱਤਾ ਪਿੱਤਰ ਭੈਣ ਭਰਾ ਸੰਗੀ ਸਾਥੀ ਬੇਲੀ ਨਹੀਂ ਹੋਵੇਗਾ ਤੇ ਉੱਥੇ ਕੌਣ ਜਾਂ ਫਿਰ ਦੇਖਾ ਤਾਂ ਅੱਲਾਹ ਬੇਲੀ। ਜਿਹ ਮਾਰਗ ਕੇ ਗਨੇ ਜਾਹਿ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗਤੋਸਾ।
जे पैंडे महा आंध गुबारा, हर का नाम संग उजियारा, जहाँ पंथ तेरा को न सिंझानू, हर का नाम ते नाल पिछानू। उत्थे भी गुरु नाल है, इसे करके पढ़ते हाँ हर तनेतनेमी तो रोज़ पढ़ते हो ना। दुकालंग प्रणासी, माड़ा समा तोड़ देने वाला, माड़े समय को खत्म कर देने वाले। दुकालंग प्रणासी, दयालंग स्वरूपे, दयाल स्वरूप ने माड़ा समा खत्म करके दयालता वरताण वाले ने। दुकालंग प्रणासी दयालंग स्वरूपे सदांग संगे, ते जी दे सदा नाल रहिंदे। अपंगंग, जो कदे टुटदे भजदे नाश नहीं हुंदे, विभूत यह जे दातार ने। वो मेरा अंत सखाई है, जिथे संसार दा कोई जी संगी साथी नहीं। थोड़ा अगे जावांगे तो आलाहणियां दे दर पाठ दर्शन करांगे ना, उदों पता लगेगा कौन किदा साथी हुंदा है। जिथे गल संगल घत चलाया हुंदा है, जिथे ना जलेफ तलाइयां, ना भोजन प्रकारो वा भोजन भाओ, ना ठंडा पानी, उत्थे कुछ भी नहीं मिलना। गल संगल सिर मारै उबो, गल संगल पिया होना, सिर च मार पैंदी होनी आ, चला चल बनी होनी आ, उत्थे कौन साथी होएगा। वो भाई जे नाम जपिया होएगा तो दुर्दशा होएगी नहीं। जे नाम जपिया होएगा तो गल संगल पेगा ही नहीं। गल संगल पे कहेगा उन्होंने जो नाम तो सखने ने। कहने लगे अंत सखाई राम, हर हर नाम मेरा अंत सखाई। ये वाहिगुरु जी का नाम ही मेरा हर वक्त का अंत वेले का साथी है। कहने लगे गुर सतगुर नाम दृढ़ाया भाई, ये गुरुदेव ने मैनू नाम दृढ़ कराया है। इसे करके मेरा सतगुर प्यारा है, मेरा सतगुर जीवन दाता है, मेरा सतगुरु मैनू मिला लेंदा है। हम मूर्ख मुग्ध मिलाया, हर किरपा धारी राम। मैनू मूर्ख नू मिला लिया महाराज ने अपने चरणों च। गुर सतगुर नाम दृढ़ाया, जिथे पुत कलत्र कोई बेली नहीं। जिथे कोई धी पुत्र संगी साथी नहीं, जिथे कलत्र पति पत्नी का कोई संबंधी साथी नहीं हुंदा, तिथे हर हर नाम छड़ाया, उत्थे भी वाहिगुरु जी का नाम छड़ा लेंदा जी। देखिया ना एक नाके ते, अजकल शब्द नाका ही सुना समझ, पुलिस ने नाका लाया वा टैक्स लैन वाले वाले चुंगी, उत्थे सब दियां पोटलियां खोल ली गई, डुक लिया गया, रोक लिया गया। तो एक भगत आए, कहन लगे कि नहीं बन जया कांसी तांबा, कि नहीं लौंग सुपारी, संतो बन जया नाम गोबिंद का, ऐसी खेप हमारी हर के नाम के व्यापारी। कहने लगे आर पार के दानियाँ लिख लिहो, जो लिखना लिख लो, इधर ते उधर ते तुसीं ते वाकफ हो ना, तुसीं इस लोक ते परलोक दे सांझी हो, लिखो जो लिखना है। लो आर पार के दानियाँ लिख लिहो, आल पताल मोहे जम डंड न लग गई। असी मैं तुहाडे कानून च नहीं आउंदा। पता क्यों? मोहे जम डंडन लग गई, ताजी ले अवर जंजाल, आ जंजाल छड्डे असां। मेरे सतगुर ने कृपा की, धन धन सतगुर पुरख निरंजन। इस करके मेरा सतगुरु धन है। सानू कहना सब धन कहो, तो सब धन कहो। सारे गुरु सतगुरु धन क्या करिए, धन 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 गुरु सोई क्या करिए। धन धन सतगुर पुरख निरंजन। मेरे सतगुर पुरख निरंजन स्वरूप ने, मेरे सतगुरु धन ने। जिन मिलिया कि मिलिया, जित मिल हर नाम ते आई। जिन्हां दी संगत, जिन्हां दी चरण शरण रह के, जिन्हां दे प्यारियां दी संगत विच रह के वाहिगुरु वाहिगुरु सिमरन ध्याया जांदा, जपिया जांदा है। इस करके कि मेरा सतगुर प्यारा, मैं गुर बिन रहन न जाए। प्यारिओ, मैं अपने गुरु तो बिना नहीं रह सकता। जिस प्यारे स्यो नेह तिस आके मर चलीए। गुरुदेव कृपा करन किते ऐसा भाव, ऐसे विचार साढ़े अंदर भी टिक जान कि गुरु तो बिना असीं जीवित ही रहेंदे। इतने को बचन विचार प्रवान करना, भुल चुक दी खिमा, आसीस ते प्यार देने फतेह बुलावना। वाहिगुरु जी का खालसा, वाहिगुरु जी की